ਪਿਆਰੇ ਬੱਚਿਓ 10ਵੀਂ ਕਲਾਸ ਦੇ ਜਿਹੜੇ ਗਣਿਤ ਵਿਸ਼ੇ ਨਾਲ ਸੰਬੰਧਿਤ ਜਿਹੜੇ ਮਾਡਲ ਟੈਸਟ ਪੇਪਰ ਆ ਰਹੇ ਆ ਸਾਡੀ ਉਹ ਟਰਮ 1 ਐਗਜ਼ਾਮ ਜਿਹੜੀ ਆ 2021-22 ਦੀ ਉਹਦੇ ਵਾਸਤੇ ਜਿਹੜੇ ਮਾਡਲ ਟੈਸਟ ਪੇਪਰ ਆਏ ਆ ਮੈਂ ਤੁਹਾਨੂੰ ਉਹਨਾਂ ਦਾ ਇੱਕ ਇੱਕ ਕਰਕੇ ਸੋਲੂਸ਼ਨ ਕਰਾਵਾਂਗਾ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੇ ਸਾਡੇ ਪੇਪਰ ਨੇ ਉਹ 40 ਨੰਬਰ ਦੇ ਆ ਔਰ ਜਿਹੜਾ ਇਹਦਾ ਟਾਈਮ ਆ ਉਹ 90 ਮਿੰਟ ਯਾਨੀ ਕਿ 1.5 ਘੰਟਾ ਟਾਈਮ ਮਿਲੇਗਾ। ਇਹਦੇ 'ਚ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਨੇ ਔਰ ਜਿਹੜੇ ਪ੍ਰਸ਼ਨ ਦੇ ਵਿੱਚ ਕੁੱਲ 40 ਕੁਐਸਚਨ ਆਉਣਗੇ, ਸਾਰੇ ਬਹੁ ਵਿਕਲਪੀ ਉੱਤਰਾਂ ਵਾਲੇ ਇੱਕ ਇੱਕ ਨੰਬਰ ਦੇ ਹੋਣਗੇ। ਚਲੋ ਦੇਖਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਇਹਦੇ 'ਚ 98 ਨੂੰ ਅਭਾਜ ਗੁਣਨਖੰਡੀਕਰਨ ਰੂਪ ਵਿੱਚ ਲਿਖੋ। ਯਾਨੀ ਕਿ 98 ਦੇ ਜਿਹੜੇ ਅਸੀਂ ਪ੍ਰਾਈਮ ਫੈਕਟਰ ਇੱਧਰ ਸਾਈਡ 'ਤੇ ਲਿਖਿਆ, ਅਸੀਂ ਉਹ ਪ੍ਰਾਈਮ ਫੈਕਟਰ ਬਣਾਉਣੇ ਆ। ਕਿਸ ਤਰ੍ਹਾਂ ਕਰਦੇ ਹਾਂ ਅਸੀਂ ਇਹਨਾਂ ਨੂੰ? ਆ ਦੇਖੋ, 98 ਨੂੰ ਪਹਿਲਾਂ 2 ਦੇ ਪਹਾੜੇ ਨਾਲ ਕਰਾਂਗੇ। ਕਿੰਨਾ ਆਏਗਾ? 2 ਚੌਕੇ 8 ਅਤੇ 2 9 18। ਹੁਣ ਜਿਹੜਾ 49 ਵਾ ਉਹ 7 ਦੇ ਪਹਾੜੇ 'ਚ ਆਏਗਾ। 7 7 49 ਅਤੇ ਇੱਧਰ 7 ਏਕਮ 7। ਅਤੇ ਸਾਡੇ ਕੋਲ ਕੀ ਫੈਕਟਰ ਬਣ ਗਏ? 2 ਗੁਣਾ 7 ਗੁਣਾ 7 ਯਾਨੀ ਕਿ 2 ਗੁਣਾ 7 ਦੀ ਪਾਵਰ 2। ਆਹ ਫੈਕਟਰ ਆ ਗਏ। ਹੁਣ ਇਹ ਦੇਖੋ ਸਾਡੇ ਕੋਲ ਕਿਹੜੀ ਆਪਸ਼ਨ ਵਾ? ਆਪਸ਼ਨ ਸੀ। ਬਸ ਇਹੀ ਇਹਦਾ ਆਨਸਰ ਜੇ, ਸੀ ਆਪਸ਼ਨ। 2 ਗੁਣਾ 7 ਦੀ ਪਾਵਰ 2। ਬਿਲਕੁਲ ਈਜ਼ੀ ਕੁਐਸਚਨ ਹੋਣਗੇ। ਤੁਸੀਂ ਸਿਰਫ ਧਿਆਨ ਇਹ ਰੱਖਣਾ ਕਿ ਜਿਹੜਾ ਵੀ ਕੁਐਸਚਨ ਤੁਸੀਂ ਸੋਲਵ ਕਰੋਗੇ ਉਹਦਾ ਕੀ ਰੂਲ ਵਾ, ਕੀ ਮੈਥਡ ਵਾ, ਉਹਨੂੰ ਸ਼ਾਰਟ ਤਰੀਕੇ ਨਾਲ ਜੇ ਤੁਸੀਂ ਪ੍ਰੈਕਟਿਸ ਜ਼ਿਆਦਾ ਕੀਤੀ ਹੋਏਗੀ ਤਾਂ ਫਿਰ ਤੁਹਾਡੇ ਵਾਸਤੇ ਬਹੁਤ ਈਜ਼ੀ ਹੋ ਜਾਏਗਾ। ਸੈਕਿੰਡ ਕੁਐਸਚਨ, ਬਿਨਾਂ ਲੰਬੀ ਵੰਡ ਪ੍ਰਕਿਰਿਆ ਕਰਦਿਆਂ ਦੱਸੋ ਕਿ ਪਰਮੇਯ ਸੰਖਿਆ 6/15 ਦਾ ਦਸ਼ਮਲਵ ਪ੍ਰਸਾਰ ਕਿਸ ਤਰ੍ਹਾਂ ਦਾ ਹੈ। ਹੁਣ ਦੇਖੋ ਬੱਚੇ, ਇਹਨਾਂ ਕੁਐਸਚਨਸ ਵਿੱਚ ਤੁਸੀਂ ਕੀ ਕਰਨਾ, ਡਾਇਰੈਕਟ ਨਹੀਂ ਇਹਨੂੰ ਦੇਖਣਾ। ਜਿਸ ਤਰ੍ਹਾਂ ਥੱਲੇ 15 ਵਾ, ਇਹਦੇ ਫੈਕਟਰ ਤੁਸੀਂ ਬਣਾ ਲਓ 3 ਗੁਣਾ 5 ਔਰ ਤੁਸੀਂ ਲਿਖ ਦਿਓ ਕਿ ਇਹਦੇ ਹਰ ਦੇ ਵਿੱਚ 3 ਅਤੇ 5 ਆਇਆ ਅਤੇ ਇਸ ਕਰਕੇ ਇਹ ਅਸ਼ਾਂਤ ਜਿਹੜਾ ਵਾ ਆਵਰਤੀ ਜਾਂ ਅਸ਼ਾਂਤ ਅਣ ਆਵਰਤੀ ਤੁਸੀਂ ਬਣਾ ਲਓ। ਇਹ ਗਲਤ ਕੁਐਸਚਨ ਹੋ ਜਾਏਗਾ। ਸਭ ਤੋਂ ਪਹਿਲਾਂ ਕੀ ਕਰਨਾ, ਅਸੀਂ ਇਹਨਾਂ ਨੂੰ ਸਭ ਤੋਂ ਸਿੰਪਲੈਸਟ ਫਾਰਮ 'ਚ ਯਾਨੀ ਕਿ ਸ਼ਾਰਟ ਫਾਰਮ, ਜਿਹਨੂੰ ਅਸੀਂ ਕਟਿੰਗ ਕਰਕੇ ਅਤੇ ਫਿਰ ਬਣਾਵਾਂਗੇ। ਜਿੰਨੀ ਕਟਿੰਗ ਹੋ ਜਾਏਗੀ ਇਹਦਾ ਸਰਲ ਰੂਪ ਲਿਖ ਕੇ ਅਤੇ ਫਿਰ ਅਸੀਂ ਆਨਸਰ ਦੱਸਾਂਗੇ। ਦੇਖੋ ਹੁਣ ਕੁਐਸਚਨ 'ਚ ਕੀ ਹੈ? 6/15। ਹੁਣ ਜਦੋਂ ਅਸੀਂ 6/15 ਨੂੰ ਸੋਲਵ ਕਰਦੇ ਹਾਂ, 3 ਦੇ ਪਹਾੜੇ ਨਾਲ 3 ਦੂਣਾ 6 ਅਤੇ 3 5 15। ਕਿੰਨਾ ਆ ਗਿਆ? 2/5। ਹੁਣ ਦੇਖੋ ਹਰ ਦੇ ਵਿੱਚ ਕੀ ਆਇਆ? 5। ਔਰ ਤੁਹਾਨੂੰ ਇਹਦਾ ਰੂਲ ਪਤਾ ਹੀ ਆ ਕਿ ਜੇ ਹਰ ਦੇ ਵਿੱਚ 5 ਹੋਵੇ ਜਾਂ 2 ਹੋਵੇ ਜਾਂ 2 ਅਤੇ 5 ਦੋਨੋਂ ਇਕੱਠੇ ਆ ਜਾਣ ਹਰ 'ਚ, ਅਤੇ ਉਦੋਂ ਜਿਹੜਾ ਦਸ਼ਮਲਵ ਪ੍ਰਸਾਰ ਉਹ ਸ਼ਾਂਤ ਹੁੰਦਾ। ਹੁਣ ਇਹਦੇ 'ਚ 5 ਇਕੱਲਾ ਆ ਗਿਆ ਅਤੇ ਇਸ ਕਰਕੇ ਇਹਦਾ ਦਸ਼ਮਲਵ ਪ੍ਰਸਾਰ ਕੀ ਹੋਏਗਾ? ਸ਼ਾਂਤ। ਇਹਦੀ ਆਪਸ਼ਨ ਬੀ ਇਹਦਾ ਆਨਸਰ ਆ ਜਾਏਗਾ, ਟਰਮੀਨੇਟਿੰਗ ਹੋਏਗਾ। ਇਹ ਸੀਗਾ ਸਾਡਾ ਕੁਐਸਚਨ ਨੰਬਰ 2। ਅੱਗੇ ਦੇਖੋ ਕੁਐਸਚਨ ਨੰਬਰ 3, ਜੇਕਰ ਲਘੁੱਤਮ ਸਮਾਵਰਤਕ 91 ਅਤੇ 26 ਦਾ 182 ਹੈ ਤਾਂ ਮਹੱਤਮ ਸਮਾਵਰਤਕ ਕਿੰਨਾ ਹੋਏਗਾ ਇਹਨਾਂ ਦਾ। ਹੁਣ ਇਹਦਾ ਰੂਲ ਕੀ ਹੁੰਦਾ? ਤੁਹਾਨੂੰ ਪਤਾ ਹੀ ਆ ਕਿ ਦੋ ਸੰਖਿਆਵਾਂ ਦਾ ਗੁਣਨਫਲ ਬਰਾਬਰ ਹੈ ਲਘੁੱਤਮ ਸਮਾਵਰਤਕ ਗੁਣਾ ਮਹੱਤਮ ਸਮਾਵਰਤਕ। ਹੁਣ ਦੋ ਸੰਖਿਆਵਾਂ ਕਿਹੜੀਆਂ ਨੇ? ਇੱਥੇ ਸਿੱਧਾ ਲਿਖਾਂਗੇ ਅਸੀਂ 91 ਗੁਣਾ 26। ਇੱਕ ਇਹਦੇ ਬਰਾਬਰ ਆਉਂਦਾ 182 ਦਿੱਤਾ ਹੋਇਆ ਵਾ ਲਘੁੱਤਮ ਸਮਾਵਰਤਕ ਗੁਣਾ ਮਹੱਤਮ ਸਮਾਵਰਤਕ, ਇਹਦੇ ਬਰਾਬਰ ਹੁੰਦਾ। ਹੁਣ ਇਹ 182 ਇੱਧਰੋਂ ਹਟ ਕੇ ਅਤੇ ਇਹਦੇ ਥੱਲੇ ਆ ਜਾਏਗਾ। ਇਹਨੂੰ ਕਿਸ ਤਰ੍ਹਾਂ ਲਿਖਾਂਗੇ? 91 ਗੁਣਾ 26/182 ਬਰਾਬਰ ਮਹੱਤਮ ਸਮਾਵਰਤਕ। ਹੁਣ ਦੇਖੋ 91 ਦੂਣਾ 182 ਅਤੇ 2 ਦੇ ਪਹਾੜੇ ਨਾਲ 13 ਦੂਣਾ 26 ਅਤੇ ਸਾਡੇ ਕੋਲ ਆਨਸਰ ਕਿੰਨਾ ਆ ਗਿਆ? 13। ਅਤੇ ਕਿਹੜੀ ਆਪਸ਼ਨ ਹੋਇਆ ਇਹਦਾ ਆਨਸਰ? ਬੀ ਆਪਸ਼ਨ 13। ਬਸ ਇਸ ਤਰ੍ਹਾਂ ਤੁਸੀਂ ਆਰਾਮ ਨਾਲ ਕੈਲਕੂਲੇਸ਼ਨ ਕਰਕੇ ਅਤੇ ਇਹਨਾਂ ਦੇ ਆਨਸਰ ਜਿਹੜੇ ਉਹ ਫਾਈਂਡ ਕਰ ਸਕਦੇ ਹੋ। ਉਸ ਤੋਂ ਬਾਅਦ ਦੇਖੋ ਕੁਐਸਚਨ ਨੰਬਰ 4, ਵਰਗਮੂਲ 2 - 6 ਇੱਕ ਡੈਸ਼ ਸੰਖਿਆ ਹੈ। ਪੁੱਛਿਆ ਕਿ ਪਰਿਮੇਯ ਆ, ਆਪਰਿਮੇਯ ਆ, ਪੂਰਨ ਆ ਕਿ ਸੰਪੂਰਨ ਆ। ਦੇਖੋ ਬੱਚਿਓ, ਮੈਂ ਅੱਗੇ ਵੀ ਇਹਦੇ ਨਾਲ ਦੇ ਕੁਐਸਚਨ ਕਰਵਾਏ ਆ। ਜੇ ਸਕੇਅਰ ਰੂਟ ਵਾਲੀ ਰਕਮ ਜਿਹੜੀ ਆ, ਅੰਡਰ ਰੂਟ ਵਾਲੀ ਜਾਂ ਵਰਗਮੂਲ ਵਾਲੀ ਰਕਮ, ਜੇ ਤਾਂ ਉਹਦਾ ਵਰਗਮੂਲ ਨਹੀਂ ਨਿਕਲਦਾ ਉਹ ਆਪਰਿਮੇਯ ਹੋਏਗੀ। ਜੇ ਉਹਦਾ ਵਰਗਮੂਲ ਨਿਕਲ ਜਾਂਦਾ ਤਾਂ ਫਿਰ ਉਹ ਪਰਿਮੇਯ ਬਣੇਗੀ। ਅਗਲੀ ਸੰਖਿਆ ਦੇ ਨਾਲ ਉਹਨੂੰ ਸੋਲਵ ਕਰਕੇ ਦੇਖਣਾ ਕਿ ਉਹ ਕੀ ਨੰਬਰ ਆਉਂਦਾ। ਹੁਣ ਦੇਖੋ 2 ਦਾ ਵਰਗਮੂਲ ਪੂਰਾ ਨਹੀਂ ਨਿਕਲਦਾ, ਇਸ ਕਰਕੇ ਸੰਖਿਆ ਕਿਹੜੀ ਹੋ ਗਈ? ਆਪਰਿਮੇਯ। ਇਹ ਸਾਡਾ ਚੌਥਾ ਕੁਐਸਚਨ, ਬਿਲਕੁਲ ਈਜ਼ੀ। ਅੱਗੇ ਦੇਖੋ ਕੁਐਸਚਨ ਨੰਬਰ 5, ਜੇਕਰ ਕਿਸੇ ਸੰਖਿਆ ਨੂੰ 3 ਨਾਲ ਭਾਗ ਕਰਨ 'ਤੇ ਆਰ ਬਾਕੀ ਬਚ ਜਾਵੇ ਤਾਂ ਆਰ ਹੋਵੇਗਾ।
आर का मतलब बाकी रिमेंडर। ਹੁਣ ਦੇਖੋ ਮੈਂ ਇਹਦੇ ਨਾਲ ਦੇ ਕੁਐਸਚਨ ਆਪਣੀਆਂ ਦੂਸਰੀ ਜਿਹੜੀਆਂ ਵਰਕਸ਼ੀਟਸ ਕਰਵਾਈਆਂ ਸੀ ਉਹਨਾਂ ਵਿੱਚ ਵੀ ਕਰਵਾਏ ਆ। ਤੁਸੀਂ ਵੈਸੇ ਹੀ ਕੰਡੀਸ਼ਨ ਨੂੰ ਯਾਦ ਕਰ ਲਿਓ। ਦੇਖੋ ਜਦੋਂ ਅਸੀਂ ਕਿਸੇ ਸੰਖਿਆ ਨੂੰ ਕਿਸੇ ਸੰਖਿਆ ਨਾਲ ਭਾਗ ਕਰਦੇ ਹਾਂ, ਜਿਹੜੀ ਭਾਜਕ ਵਾ, ਜੇ ਮੰਨ ਲਓ ਇਹ ਜਿਸ ਤਰ੍ਹਾਂ ਇੱਥੇ 3 ਦਾ ਕੁਐਸਚਨ ਹੈ 3 ਵਾ, ਅਤੇ ਜਦੋਂ ਅਸੀਂ ਸਵਾਲ ਸੋਲਵ ਕਰ ਲਈਏ ਤਾਂ ਜਿਹੜਾ ਬਾਕੀ ਆ ਨਾ ਉਹ ਕਦੀ 3 ਨਹੀਂ ਬਚੇਗਾ। 3 ਤੋਂ ਛੋਟੀ ਰਕਮ ਹੋ ਸਕਦੀ ਹੈ, 2 ਆ ਸਕਦਾ ਜਾਂ 1 ਆ ਸਕਦਾ ਬਾਕੀ, ਅਤੇ ਜਾਂ ਫਿਰ 0 ਆ ਸਕਦਾ। ਯਾਨੀ ਕਿ 3 ਨਹੀਂ ਆਏਗਾ, 2 ਆ ਸਕਦਾ, 1 ਆ ਸਕਦਾ, 0 ਆ ਸਕਦਾ। ਹੁਣ ਕੰਡੀਸ਼ਨ ਦੇਖੋ, ਪਹਿਲਾਂ 0 ਛੋਟਾ ਹੈ r ਤੋਂ, ਛੋਟਾ ਹੈ 3 ਤੋਂ, ਮਤਲਬ ਕਿ 0 ਨਹੀਂ ਆਉਂਦਾ ਇਹਦੇ 'ਚ ਕਿਉਂਕਿ 0 ਇਕੁਅਲ ਨਹੀਂ ਦਿੱਤਾ। ਦੂਸਰੀ ਕੰਡੀਸ਼ਨ 'ਚ 0 ਦੇ ਬਰਾਬਰ ਵੀ ਲਿਖਿਆ ਵਾ, ਅਤੇ 0 ਜਿਹੜਾ ਵਾ r ਤੋਂ ਛੋਟਾ, ਰਿਮਾਈਂਡਰ ਤੋਂ ਛੋਟਾ ਹੋਏਗਾ, ਯਾਨੀ ਕਿ ਕੋਈ ਹੋਰ ਰਕਮ ਇੱਥੇ ਆ ਜਾਏਗੀ r ਦੀ ਜਗ੍ਹਾ 'ਤੇ 2 ਆ ਜਾਏਗਾ ਕਿਉਂਕਿ ਇਹ 3 ਤੋਂ ਵੀ ਛੋਟਾ ਦੱਸਿਆ ਰਿਮਾਈਂਡਰ। ਆਹ ਵਾਲੀ ਜਿਹੜੀ ਕੰਡੀਸ਼ਨ ਹੈ ਬਿਲਕੁਲ ਸਹੀ ਆ। ਅਗਲੀ ਕੰਡੀਸ਼ਨ 'ਚ 0 ਦੇ ਇਕੁਅਲ ਨਹੀਂ ਦਿੱਤਾ, ਲੇਕਿਨ ਡਿਵਾਈਡ ਕਰਕੇ 0 ਆ ਸਕਦਾ। ਮੰਨ ਲਓ ਅਸੀਂ 6 ਨੂੰ 3 ਨਾਲ ਡਿਵਾਈਡ ਕਰੀਏ, 3 ਦੂਣੀ 6, 0 ਆ ਗਿਆ, ਲੇਕਿਨ ਇਹਦੇ 'ਚ 0 ਨੂੰ ਬਰਾਬਰ ਨਹੀਂ ਕੀਤਾ। ਲਾਸਟ ਕੰਡੀਸ਼ਨ 'ਚ 0 ਨੂੰ ਬਰਾਬਰ ਵੀ ਕੀਤਾ, ਲੇਕਿਨ 3 ਦੇ ਨਾਲ ਵੀ ਬਰਾਬਰ ਕੀਤਾ। ਪਰ ਇੱਕ ਗੱਲ ਯਾਦ ਰੱਖਿਓ, ਜਿਹੜਾ ਟੇਬਲ ਲੱਗਾ ਹੋਏਗਾ, ਜਿੰਨੇ ਦਾ ਪਹਾੜਾ ਅਸੀਂ ਪੜ੍ਹਦੇ ਹਾਂ ਓਨਾ ਬਾਕੀ ਕਦੀ ਵੀ ਨਹੀਂ ਆਉਂਦਾ। ਇਸ ਕਰਕੇ ਇਹਦੀ ਬੀ ਕੰਡੀਸ਼ਨ ਇਹਦਾ ਆਨਸਰ ਹੋਏਗਾ 0 ਲੈਸ ਦੈਨ ਇਕੁਅਲ ਟੂ r ਲੈਸ ਦੈਨ 3। ਇਹ ਇਹਦਾ ਆਨਸਰ ਹੋਏਗਾ 5ਵੇਂ ਕੁਐਸਚਨ ਦਾ। 6ਵਾਂ ਕੁਐਸਚਨ ਦੇਖੋ, 2 ਘਾਤੀ ਬਹੁਪਦ ਪਤਾ ਕਰੋ ਜਿਸ ਦੀਆਂ ਸਿਫਰਾਂ -3 ਅਤੇ 4 ਹੋਣ। ਹੁਣ ਦੇਖੋ ਬੱਚਿਓ, ਮੈਂ ਤੁਹਾਨੂੰ ਇਹਦੇ ਨਾਲ ਦੇ ਕੁਐਸਚਨ ਜਿਹੜੇ ਪਹਿਲਾਂ ਕਰਵਾਏ ਸੀ ਉਹਨਾਂ 'ਚ ਮੈਂ ਇੱਕ ਗੱਲ ਦੱਸੀ ਸੀ ਕਿ ਜੇ ਸਿਫਰਾਂ ਪੋਜ਼ੀਟਿਵ ਹੋਣ, ਜਿਸ ਤਰ੍ਹਾਂ ਇੱਕ ਪੋਜ਼ੀਟਿਵ ਹੈ ਅਤੇ ਇੱਕ ਆ ਨੈਗੇਟਿਵ, -3 ਅਤੇ ਇੱਕ 4 ਦਿੱਤੀ ਆ, ਜਿਹੜੀ ਪੋਜ਼ੀਟਿਵ ਵਾਲੀ ਆ ਉਹ ਕਦੀ ਵੀ ਪਲੱਸ ਵਾਲੀ ਵਿੱਚ ਨਹੀਂ ਪੁੱਟ ਹੋਏਗੀ, ਕਿਉਂਕਿ ਆ ਦੇਖੋ ਦੋਨੋਂ ਪਲੱਸ ਨੇ ਇਹਦੇ 'ਚ ਨਹੀਂ ਇਹ ਰੱਖ ਸਕਦੇ, ਕਿਉਂਕਿ ਇਹਨੂੰ ਜੇ ਰੱਖਾਂਗੇ ਤਾਂ ਰਕਮ ਵੱਡੀ ਹੋ ਜਾਏਗੀ, ਘਟੇਗੀ ਨਹੀਂ। ਆ ਪਹਿਲੀ ਮਾਈਨਸ ਵਾਲੀ ਆ, ਅਸੀਂ ਇਹਦੇ ਵਿੱਚ ਵੈਲਿਊ ਪੁੱਟ ਕਰਕੇ ਦੇਖਦੇ ਹਾਂ ਕਿ ਜੇ ਤਾਂ ਇਹਦੇ ਵਿੱਚ 4 ਪੁੱਟ ਕਰਕੇ x ਦੀ ਜਗ੍ਹਾ 'ਤੇ 0 ਆ ਗਿਆ, ਅਤੇ ਫਿਰ -3 ਵੀ ਇਹਦੀ ਹੀ ਸਿਫਰ ਹੋਏਗੀ। ਜੇ 0 ਨਹੀਂ ਆਇਆ ਇੱਕ ਨਾਲ, ਅਤੇ ਫਿਰ ਦੂਸਰੇ ਨਾਲ ਵੀ ਨਹੀਂ ਆਏਗਾ। ਫਿਰ ਅਸੀਂ ਕੋਈ ਹੋਰ ਜਿਹੜੀ ਆ ਬਹੁਪਦ ਉਹਦੇ 'ਚ ਚੈੱਕ ਕਰਾਂਗੇ। ਹੁਣ ਆ ਦੇਖੋ, ਇਹਦੇ 'ਚ ਸਭ ਤੋਂ ਪਹਿਲਾਂ 4 ਪੁੱਟ ਕਰੀਏ। ਇੱਥੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਦੇ 'ਚ ਕਲੋਜ਼ ਕਰ ਦਿੰਦਾ ਇਹਨੂੰ। ਆ ਦੇਖੋ, ਇੱਥੇ 4 ਲਿਖਣਾ। ਹੁਣ ਇਹ ਵਾਲਾ 1, 4 ਦਾ ਵਰਗ -4 -12। ਹੁਣ ਜਿਹੜਾ 4 ਦਾ ਵਰਗ ਵਾ ਤੁਹਾਨੂੰ ਪਤਾ ਹੀ ਹੈ ਕਿੰਨਾ ਹੁੰਦਾ ਵਾ। 4 ਦਾ ਵਰਗ 16, 16 -4 -12, 16 ਚੋਂ 4 ਗਏ 12, ਅਤੇ 12 ਚੋਂ 12 ਗਏ ਤੇ 0, ਯਾਨੀ ਕਿ ਇਹ 0 ਹੋ ਗਿਆ। ਇਹਦਾ ਮਤਲਬ ਕਿ 4 ਇਸ ਬਹੁਪਦ ਦਾ ਸਿਫਰ ਹੈ, ਅਤੇ -3 ਵੀ ਹੋਏਗਾ, ਅਤੇ ਇਹੀ ਜਿਹੜੀ ਬਹੁਪਦ ਵਾ ਆਨਸਰ ਆ ਜਾਏਗਾ ਇਹ x² -x -12। ਇਹ ਸੀਗਾ ਕੁਐਸਚਨ ਨੰਬਰ 6। ਅੱਗੇ ਦੇਖੋ 7 ਨੰਬਰ, ਇੱਕ ਰੇਖੀ ਬਹੁਪਦ ਦੀਆਂ ਕਿੰਨੀਆਂ ਸਿਫਰਾਂ ਹੋ ਸਕਦੀਆਂ ਹਨ। ਇਹਦੇ ਨਾਲ ਦੇ ਕੁਐਸਚਨ ਦੇਖੋ, ਕਦੀ ਰੇਖੀ ਬਹੁਪਦ ਪੁੱਛ ਲੈਂਦੇ ਆ, ਕਦੀ 2 ਘਾਤੀ ਬਹੁਪਦ ਪੁੱਛ ਲੈਂਦੇ ਆ, ਕਦੀ 3 ਘਾਤੀ। ਦੇਖੋ ਬੱਚੋ, ਜਿੰਨੀ ਬਹੁਪਦ ਦੀ ਘਾਤ ਹੁੰਦੀ ਜੇ ਉਨੀਆਂ ਹੀ ਉਹਦੀਆਂ ਸਿਫਰਾਂ ਹੁੰਦੀਆਂ ਨੇ। ਰੇਖੀ ਬਹੁਪਦ ਸਾਨੂੰ ਪਤਾ ਕਿ ਜਿਹਦੀ ਘਾਤ 1 ਹੁੰਦੀ ਆ, ਯਾਨੀ ਕਿ ਪਾਵਰ 1 ਹੁੰਦੀ, ਉਹਨੂੰ ਅਸੀਂ ਲੀਨੀਅਰ ਪੋਲੀਨੋਮੀਅਲ ਬੋਲਦੇ ਹਾਂ। ਉਹਦੇ 'ਚ ਵੇਰੀਏਬਲ ਜਿਹੜੇ ਹੁੰਦੇ, ਚੱਲ ਹੁੰਦੇ, ਉਹਨਾਂ ਦੀ ਪਾਵਰ 1 ਹੁੰਦੀ, ਅਤੇ ਇਸ ਕਰਕੇ ਉਹਨਾਂ ਦੀ ਸਿਫਰ ਵੀ 1 ਹੀ ਹੋਏਗੀ। ਇਹ ਬੀ ਆਪਸ਼ਨ ਇਹਦਾ ਆਨਸਰ ਜੇ। ਨੈਕਸਟ ਕੁਐਸਚਨ ਦੇਖੋ 8ਵਾਂ, 2 ਘਾਤੀ ਬਹੁਪਦ px x² ਜਮ੍ਹਾਂ 7x ਜਮ੍ਹਾਂ 10 ਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਪਤਾ ਕਰੋ। ਉਹ ਜਿਹੜੀ ਬਹੁਪਦ ਵਾ ਉਹ ਕੀ ਦਿੱਤੀ ਹੋਈ ਸਾਨੂੰ, ਮੈਂ ਇੱਥੇ ਲਿਖ ਲੈਂਦਾ, px = x² + 7x + 10। ਹੁਣ ਸਿਫਰਾਂ ਦਾ ਜੋੜ ਕੀ ਹੁੰਦਾ, ਕਿਹਦੇ ਬਰਾਬਰ ਹੁੰਦਾ ਵਾ। ਆ ਦੇਖੋ, ਸਿਫਰਾਂ ਦਾ ਜੋੜ ਹੁੰਦਾ ਜੇ -b/a, ਅਤੇ ਜਿਹੜਾ ਸਿਫਰਾਂ ਦਾ ਗੁਣਨਫਲ ਹੁੰਦਾ ਦਾ ਗੁਣਨਫਲ c/a। ਹੁਣ ਅਸੀਂ ਇਹ ਜਿਹੜੇ ਆ b ਅਤੇ c ਦੀ ਵੈਲਿਊ ਕਿੱਥੋਂ ਲੈਂਦੇ, ਇਹਦੇ 'ਚੋਂ ਹੀ। ਸਾਨੂੰ ਪਤਾ ਕਿ ਇਹਦੀ ਜਿਹੜੀ ਸਟੈਂਡਰਡ ਫਾਰਮ ਆ ਉਹ ਕਿਹੜੀ ਹੁੰਦੀ ਆ, ਬਹੁਪਦ ਦੀ ax² + bx + c। ਹੁਣ ਇਹਦੇ ਨਾਲ ਕੰਪੇਅਰ ਕਰਨਾ, x² ਛੱਡਿਆ, a ਦੀ ਵੈਲਿਊ ਇਹਦੇ ਨਾਲ ਕਿੰਨੀ ਆ, 1, a ਕਿਹਦੇ ਬਰਾਬਰ ਆ ਗਿਆ, 1, b ਕਿੰਨਾ ਆ ਗਿਆ, 7,
तो सी की वैल्यू कितनी आ 10। कंपेयर करके तुहानूं पता ही है, नाल दे काफ़ी क्वेश्चन कर चुके हैं। हुण इत्थे वैल्यूज़ पुट कर दो। इहदा माइनस बी की वैल्यू 7 तो ए की वैल्यू 1। -7 बटा 1 कितना आ गया -7। तो इधर सी की वैल्यू 10 तो ए की वैल्यू 1 बराबर। हुण सिफरां दा जोड़ -7 तो सिफरां दा गुणनफल 10। हुण देखो इत्थे पॉइंट -7 तो 10, आ देखो सी ऑप्शन -7 तो 10, यही इहदा आंसर जे सी ऑप्शन। अगे देखो क्वेश्चन नंबर 9, एक दो घाती बहुपद की होवेगा जिस दियां सिफरां दा जोड़ वर्गमूल 2 ਅਤੇ गुणनफल 1/3 ਹੋਵੇ। ਕਹਿੰਦੇ ਵੀ ਜੇ ਸਿਫਰਾਂ ਦਾ ਜੋੜ ਵੀ ਦਿੱਤਾ ਵਾ ਤੇ ਗੁਣਨਫਲ ਵੀ ਦਿੱਤਾ ਵਾ, ਤੇ ਕਹਿੰਦੇ ਵੀ ਉਹਦੀ ਜਿਹੜੀ ਆ ਬਹੁਪਦ ਕੀ ਹੋਵੇਗੀ। ਮੈਂ ਤੁਹਾਨੂੰ ਦੱਸਦਾ ਇਹਦਾ ਵੀ, ਜਿਹੜੀ ਬਹੁਪਦ ਅਸੀਂ ਬਣਾਉਣੀ ਹੁੰਦੀ ਆ ਕੁਆਡਰੈਟਿਕ ਪੋਲੀਨੋਮੀਅਲ ਇੱਥੇ ਲਿਖਿਆ ਉਹਨਾਂ ਨੇ ਜਿਹੜੀ, ਦੇਖੋ ਉਹਨੂੰ ਅਸੀਂ ਜਿਹੜਾ ਸੌਖਾ ਤਰੀਕਾ ਉਹਦਾ ਇਹੀ ਆ ਕਿ ਅਸੀਂ ਇਹਨੂੰ ਸਿੱਧਾ ਲਿਖ ਲਈਏ x ਦੀ ਘਾਤ 2 ਮਾਈਨਸ, ਇੱਥੇ ਆ ਜਾਏਗਾ ਸਿਫਰਾਂ ਦਾ ਜੋੜ, ਇੱਥੇ ਕੀ ਆਵੇਗਾ ਸਿਫਰਾਂ ਦਾ ਜੋੜ ਬ੍ਰੈਕਟ ਕਲੋਜ਼ ਤੇ ਬਾਹਰ x ਜਮਾ ਸਿਫਰਾਂ ਦਾ ਗੁਣਨਫਲ, ਸਿਫਰਾਂ ਦਾ ਗੁਣਨਫਲ। ਤੇ ਜੇ ਅਸੀਂ ਇਹਨੂੰ ਸਿੰਬੋਲਿਕ ਫਾਰਮ 'ਚ ਲਿਖੀਏ ਯਾਨੀ ਕਿ ਸਿੰਬਲ ਉਹ ਬਣ ਜਾਂਦਾ SX ਯਾਨੀ ਸਮ ਆਫ ਜ਼ੀਰੋਜ਼ ਪਲੱਸ P ਯਾਨੀ ਪ੍ਰੋਡਕਟ ਆਫ ਜ਼ੀਰੋਜ਼। ਹੁਣ ਇਹਦੇ 'ਚ ਅਸੀਂ ਇਹਨਾਂ ਦੀ ਵੈਲਿਊਜ਼ ਪੁੱਟ ਕਰ ਦਾਂਗੇ। ਇਹ ਸਾਡੇ ਕੋਲ ਕਿਹਦੇ ਬਰਾਬਰ ਆ ਜਾਏਗਾ x² ਮਾਈਨਸ, ਹੁਣ S ਦੀ ਜਗ੍ਹਾ 'ਤੇ ਆ ਦੇਖੋ ਵਰਗਮੂਲ 2 ਨਾਲ x ਆ ਗਿਆ ਪਲੱਸ 1/3 ਜਿਹੜਾ ਸਿਫਰਾਂ ਦਾ ਜਿਹੜਾ ਗੁਣਨਫਲ ਸੀਗਾ ਉਹ ਲਿਖ ਦਿੱਤਾ। ਹੁਣ ਦੇਖੋ ਇਹਦੇ ਨਾਲ ਦੀ ਬਹੁਪਦ ਇਹਦੇ ਵਿੱਚ ਕੋਈ ਵੀ ਨਹੀਂ ਆ, ਲੇਕਿਨ ਸਾਨੂੰ ਪਤਾ ਕਿ ਜਿਹੜੀਆਂ ਦੋ ਵੈਲਿਊਜ਼ ਦਿੱਤੀਆਂ ਸੀ ਉਹ ਇਹਨਾਂ ਦੇ ਸਿਫਰਾਂ ਦਾ ਜੋੜ ਅਤੇ ਸਿਫਰਾਂ ਦਾ ਗੁਣਨਫਲ ਸੀ, ਇਸ ਕਰਕੇ ਅਸੀਂ ਬਹੁਪਦ ਨੂੰ ਬਰਾਬਰ 0 ਕਰ ਲੈਂਦੇ ਹਾਂ। ਜਿਹੜੀ ਬਹੁਪਦ ਸਾਡੇ ਕੋਲ ਆਈ ਹੈ ਇਹਨੂੰ ਅਸੀਂ ਕਿਹਦੇ ਬਰਾਬਰ ਲਿਖ ਲੈਣਾ =0 ਦੇ। ਹੁਣ ਆ ਦੇਖੋ ਇਹਨੂੰ ਅਸੀਂ ਇੱਥੇ ਲਿਖ ਲਾਂਗੇ x² ਮਾਈਨਸ ਵਰਗਮੂਲ 2x ਜਮਾ 1/3 ਬਰਾਬਰ 0। ਇਹਨੂੰ 0 ਦੇ ਬਰਾਬਰ ਲਿਖ ਲਿਆ। 3 ਜਿਹੜਾ ਵਾ ਇਹਦਾ LCM ਯਾਨੀ ਲਘੁੱਤਮ ਆ ਜਾਏਗਾ, ਇੱਥੇ ਕੀ ਆ ਜਾਏਗਾ 3x² ਮਾਈਨਸ 3 ਵਰਗਮੂਲ 2x ਤੇ ਜਮਾ 1 ਬਰਾਬਰ 0। ਹੁਣ ਆ 3 ਇੱਧਰ ਜਾ ਕੇ 0 ਹੋ ਜਾਏਗਾ, ਸਾਡੇ ਕੋਲ ਬਾਕੀ ਕੀ ਬਚਿਆ 3x² ਮਾਈਨਸ 3 ਵਰਗਮੂਲ 2x ਜਮਾ 1 ਤੇ 0 ਅਸੀਂ ਛੱਡ ਦੇਣਾ ਵਾ ਕਿਉਂਕਿ ਅਸੀਂ ਇਹ 0 ਤਾਂ ਲਿਆ ਸੀ ਵੀ ਉਹ ਸਿਫਰਾਂ ਦਾ ਜੋੜ ਤੇ ਗੁਣਨਫਲ ਸੀ ਤੇ ਬਹੁਪਦ ਜਿਹੜੀ ਅਸੀਂ ਕੰਪਲੀਟ ਕਰਨੀ ਸੀ। ਇੱਥੇ ਅਸੀਂ ਇਹਨੂੰ ਸਮੀਕਰਨ ਦਾ ਰੂਪ ਦੇ ਕੇ ਇਹਨੂੰ ਕੰਪਲੀਟ ਕੀਤਾ ਵਾ। ਹੁਣ ਦੇਖੋ ਆ ਸਾਡੇ ਕੋਲ 3x² ਮਾਈਨਸ 3 ਵਰਗਮੂਲ 2x ਜਮਾ 1 ਆਇਆ। ਦੇਖੋ ਇਹਦੇ 'ਚ ਕਿੱਥੇ ਆ 3x² ਆਪਸ਼ਨਸ ਦੇ ਵਿੱਚ ਆ ਦੇਖੋ -3 ਵਰਗਮੂਲ 2x ਜਮਾ 1 ਜਿਹੜੀ ਪਹਿਲੀ ਆਪਸ਼ਨ ਸੀਗੀ ਇਹੀ ਇਹਦਾ ਆਨਸਰ ਆ A ਆਪਸ਼ਨ। ਇਹ ਸੀਗਾ ਸਾਡਾ ਸਵਾਲ ਨੰਬਰ 9। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 10। ਆ ਦੇਖੋ ਬੱਚੋ ਜਿਹੜਾ 10ਵਾਂ ਕੁਐਸਚਨ ਆ ਉਹਦੇ 'ਚ ਕੀ ਆ, ਹੇਠ ਲਿਖਿਆਂ ਵਿੱਚੋਂ ਕਿਹੜੀ ਸਮੀਕਰਨ ਦੇ ਮੂਲਾਂ ਦਾ ਜੋੜ ਜਿਹੜਾ ਵਾ ਉਹ 3 ਹੈ। ਹੁਣ ਇੱਥੇ ਮੂਲਾਂ ਦਾ ਜੋੜ ਆਉਣਾ ਸੀਗਾ, ਮੂਲ ਜਿਹੜੇ ਨੇ ਉਹਦੇ ਆ ਦੇਖੋ ਸਮ ਆਫ ਰੂਟਸ। ਹੁਣ ਇਹਨਾਂ ਦਾ ਜੋੜ ਜਿਹੜਾ ਵਾ ਉਹ 3 ਹੋਵੇ, ਇਹਨਾਂ ਦੇ ਵਿੱਚੋਂ ਦੇਖਣੀ ਆ ਉਹ ਕਿਹੜੀ ਸਮੀਕਰਨ ਆ। ਹੁਣ ਦੇਖੋ ਹੁਣੇ ਅਸੀਂ ਇਹਦੇ ਨਾਲ ਦੇ ਕੁਐਸਚਨ ਕੀਤੇ ਆ, ਜਿਹੜਾ ਮੂਲਾਂ ਦਾ ਜੋੜ ਹੁੰਦਾ ਜਿਹੜਾ ਉਹ ਕਿਹਦੇ ਬਰਾਬਰ ਹੁੰਦਾ -B/A ਦੇ। ਇਹਨਾਂ ਨੂੰ ਅਸੀਂ ਅਲਫਾ ਪਲੱਸ ਬੀਟਾ ਵੀ ਲਿਖਦੇ ਹਾਂ, ਜਿਹੜੇ ਜੋੜ ਵਾਸਤੇ ਤਾਂ ਦੋ ਅਸੀਂ ਸਿਫਰਾਂ ਲੈਂਦੇ ਹਾਂ, ਅਲਫਾ ਪਲੱਸ ਬੀਟਾ = -B/A। ਹੁਣ ਇੱਥੇ ਸਾਨੂੰ ਕੀ ਦਿੱਤਾ 3 ਮੂਲਾਂ ਦਾ ਜੋੜ। ਹੁਣ ਅਸੀਂ ਦੇਖਣਾ ਕਿ ਉਹ ਕਿਹੜੀ ਸਮੀਕਰਨ ਦਾ ਬਣਦਾ। ਦੇਖੋ 3 ਕਿਸ ਤਰ੍ਹਾਂ ਆਏਗਾ, ਸਾਨੂੰ ਪਤਾ ਕਿ ਜਿਹੜੀ ਸਮੀਕਰਨ ਦੀ ਸਟੈਂਡਰਡ ਫਾਰਮ ਆ ax² + bx + c = 0। ਉਹ ਵੈਲਿਊ ਕਿਹੜੀ ਆ -B/A, ਜਿਹੜੀ ਅਸੀਂ ਆ ਮੂਲਾਂ ਦਾ ਜੋੜ ਦੇਖਣਾ
ਹੁਣ ਦੇਖੋ ਬੀ ਦੇ ਨਾਲ ਮਾਈਨਸ, ਲੇਕਿਨ ਜਿਹੜਾ ਜੋੜ ਵਾ ਉਹ ਪਲੱਸ ਦਾ ਵਾ, ਯਾਨੀ ਕਿ ਉਹ ਟਰਮ ਦੇਖਦੇ ਹਾਂ ਅਸੀਂ ਵੀ ਉਹ ਕਿਹਦੇ ਨਾਲ ਬਣੇਗੀ। ਜਿਸ ਤਰ੍ਹਾਂ ਪਹਿਲੀ ਸਮੀਕਰਨ ਆ ਉਹਦੇ 'ਚ ਅਸੀਂ ਬੀ ਦੀ ਵੈਲਿਊ -3/2 ਲੈ ਲਈਏ ਤੇ ਫਿਰ ਆਨਸਰ ਨਹੀਂ ਆਉਂਦਾ, 3/2 ਆ ਜਾਂਦਾ, ਕਿਉਂਕਿ ਇੱਥੇ ਇਕੱਲਾ 3 ਵਾ। ਇਹਦੇ ਨਾਲ 3/2 ਆਉਂਦਾ, ਇਹਦੇ ਨਾਲ -3/-1, ਆ ਦੇਖੋ ਮਾਈਨਸ ਤੇ 3 ਆਹ ਵਾਲਾ ਆ ਗਿਆ ਪਲੱਸ ਦਾ, ਥੱਲੇ -1, ਕਿਉਂਕਿ ਇਹਦਾ ਜਿਹੜਾ ਸਕੇਅਰ ਦਾ ਜਿਹੜਾ ਕੋਫੀਸ਼ੀਐਂਟ ਆ ਉਹ ਮਾਈਨਸ ਇਸ ਕਰਕੇ ਆ। ਹੁਣ ਮਾਈਨਸ ਨਾਲ ਮਾਈਨਸ ਕੱਟ ਹੋ ਗਈ ਤਾਂ ਆਨਸਰ ਕਿੰਨਾ ਆ ਗਿਆ 3। ਹੁਣ ਦੇਖੋ ਮੂਲਾਂ ਦਾ ਜੋੜ 3 ਆ ਗਿਆ, ਉਹ ਕਿਹੜੀ ਸਮੀਕਰਨ ਵਾਲਾ ਆ ਜਿਹੜੀ ਬੀ ਆਪਸ਼ਨ ਨਾਲ ਹੈ, ਇਹੀ ਇਹਦਾ ਆਨਸਰ ਹੋਏਗਾ। ਬਸ ਇਸ ਤਰੀਕੇ ਨਾਲ ਬੱਚੋ ਤੁਸੀਂ ਚੈੱਕ ਕਰ ਲੈਣਾ, ਸਟੈਂਡਰਡ ਫਾਰਮ ਲਿਖੋ, ਉਹ ਦੇਖੋ ਕਿਸ ਤਰ੍ਹਾਂ ਬਣਦਾ ਤੇ ਉਹਦੇ ਸੋਲਵ ਕਰਕੇ ਦੇਖ ਲਓ। ਬੜਾ ਕੁਇੱਕ ਜਿਹਾ ਵਾ, ਬੜੇ ਈਜ਼ੀ ਕੁਐਸਚਨ ਨੇ। ਮੈਂ ਮਾਡਲ ਟੈਸਟ ਪੇਪਰ ਤੁਹਾਨੂੰ ਸਾਰੇ ਇਸੇ ਤਰ੍ਹਾਂ ਹੀ ਕਰਾਵਾਂਗਾ, ਕਿਉਂਕਿ ਜਿਹੜੀਆਂ ਮੈਂ ਪਹਿਲੀਆਂ ਵੀਡੀਓਜ਼ ਬਣਾਈਆਂ ਸੀ ਉਹਨਾਂ 'ਚ ਕਾਫੀ ਟੌਪਿਕ ਮੈਂ ਡਿਟੇਲ 'ਚ ਬਣਾਏ ਨੇ, ਔਰ ਵੀਡੀਓ ਵੀ ਕਾਫੀ ਲੰਬੀ ਬਣ ਜਾਂਦੀ ਸੀ। ਹੁਣ ਇਹਦੇ 'ਚ ਮੈਂ ਥੋੜ੍ਹਾ ਜਿਹਾ ਸ਼ਾਰਟ ਕਰ ਰਿਹਾ ਕਿ ਤੁਹਾਨੂੰ, ਕਿਉਂਕਿ ਆਲਰੇਡੀ ਤੁਸੀਂ ਟੌਪਿਕ ਪੜ੍ਹ ਚੁੱਕੇ ਹੋ ਸਾਰੇ ਹੀ। 11ਵਾਂ ਕੁਐਸਚਨ ਦੇਖੋ, ਕੇ ਦਾ ਮੁੱਲ ਪਤਾ ਕਰੋ ਜੇਕਰ ਆਹ 2 ਸਮੀਕਰਨਾਂ ਦਿੱਤੀਆਂ ਨੇ ਕਿ ਰੇਖੀ ਸਮੀਕਰਨਾਂ ਦੇ ਜੋੜੇ ਦਾ ਕੋਈ ਹੱਲ ਨਾ ਹੋਵੇ। ਹੁਣ ਜਦੋਂ ਕੋਈ ਹੱਲ ਨਹੀਂ ਹੁੰਦਾ, ਉਹਦੀ ਜਿਹੜੀ ਉਹ ਕੰਡੀਸ਼ਨ ਵਾ ਉਹ ਕਿਹੜੀ ਹੁੰਦੀ ਜੇ, ਉਹਦੇ 'ਚ ਜਦੋਂ ਕਿਸੇ ਸਮੀਕਰਨ ਦਾ ਕੋਈ ਹੱਲ ਨਹੀਂ ਹੁੰਦਾ ਉਹਦੀ ਕੰਡੀਸ਼ਨ ਹੁੰਦੀ ਜੇ A1/A2, ਮੈਂ ਤੁਹਾਨੂੰ ਇੱਥੇ ਸਾਈਡ 'ਤੇ ਲਿਖ ਦਿੰਦਾ, A1/A2 ਬਰਾਬਰ ਹੈ B1/B2, ਇਹ ਨਾਟ ਇਕੁਅਲ ਟੂ C1/C2। ਇਹ ਕੰਡੀਸ਼ਨ ਹੁੰਦੀ ਜੇ ਸਮੀਕਰਨਾਂ ਦਾ ਕੋਈ ਹੱਲ ਜਦੋਂ ਨਾ ਹੋਵੇ। ਆਹ ਕੰਡੀਸ਼ਨ ਲਗਾ ਕੇ ਅਸੀਂ ਇੱਥੋਂ ਕੇ ਦੀ ਵੈਲਿਊ ਫਾਈਂਡ ਕਰਾਂਗੇ। ਹੁਣ ਦੇਖੋ ਸਮੀਕਰਨਾਂ ਨੂੰ ਪਹਿਲਾਂ ਅਸੀਂ ਸਿੱਧਾ ਕਰਕੇ ਲਿਖ ਲੈਂਦੇ ਹਾਂ। ਆਹ ਦੇਖੋ ਇਹਨੂੰ ਅਸੀਂ ਲਿਖ ਸਕਦੇ ਹਾਂ KX = 3Y ਮਾਈਨਸ K-2 ਇਕੱਠਾ ਰੱਖੋ ਬਰਾਬਰ 0। ਇੱਕ ਸਮੀਕਰਨ ਹੋ ਗਈ, ਦੂਸਰੀ ਪਹਿਲਾਂ ਹੀ 0 'ਚ ਦਿੱਤੀ ਹੋਈ ਆ, ਇੱਕ ਵਾਰੀ ਫੇਰ ਲਿਖ ਲੈਂਦੇ ਹਾਂ 12X = KY ਮਾਈਨਸ K ਬਰਾਬਰ 0। ਹੁਣ ਇਹਦੇ 'ਚੋਂ A1/A2 ਅਤੇ B1/B2 ਦੇ ਅਸੀਂ ਵੈਸੇ 2 ਹੀ ਵੈਲਿਊ ਫਾਈਂਡ ਕਰਾਂਗੇ, ਕਿਉਂਕਿ ਆਹ ਤਾਂ ਨਾਟ ਇਕੁਅਲ ਟੂ ਆ ਅਤੇ ਸਾਨੂੰ ਚਾਹੀਦੀ ਹੈ ਵੈਲਿਊ ਕੇ ਦੀ, ਅਤੇ ਅਸੀਂ ਕੇ ਦੀ ਵੈਲਿਊ ਪਹਿਲੇ ਦੋਨਾਂ 'ਚੋਂ ਹੀ ਪਤਾ ਕਰ ਸਕਦੇ ਹਾਂ। ਹੁਣ ਦੇਖੋ A1 ਮੈਂ ਇੱਥੇ ਸਿੱਧਾ ਲਿਖ ਦਿੰਦਾ, A1 ਦੀ ਵੈਲਿਊ ਆ ਦੇਖੋ x ਦੇ ਨਾਲ ਜਿਹੜਾ ਕੋਫੀਸ਼ੀਐਂਟ ਆ ਉਹ A1 ਵਾ, ਇੱਥੇ ਵੈਲਿਊ ਲਿਖਣੀ ਅਸੀਂ, ਉਹ ਕਿੰਨੀ ਆ ਗਈ K ਬਟਾ ਆ ਦੇਖੋ A2 ਕਿੰਨਾ 12 ਬਰਾਬਰ B1 ਕਿੰਨਾ ਆਏਗਾ ਇੱਥੋਂ 3, B2 ਕਿੰਨਾ ਆਏਗਾ K। ਹੁਣ ਇਹਦੇ 'ਚੋਂ ਅਸੀਂ ਵੈਲਿਊ ਫਾਈਂਡ ਕਰ ਲਾਂਗੇ K ਦੀ। ਆ ਦੇਖੋ K ਨੂੰ K ਨਾਲ ਕ੍ਰੋਸ ਮਲਟੀਪਲਾਈ ਕੀਤਾ ਤੇ ਕਿੰਨਾ ਆ ਗਿਆ K ਦੀ ਪਾਵਰ 2 ਬਰਾਬਰ 12 ਤੀਏ 36, ਅਤੇ ਇੱਥੋਂ ਫਿਰ K ਕਿੰਨਾ ਆ ਗਿਆ ਸਕੇਅਰਿੰਗ ਕਰਕੇ +-6, ਕਿਉਂਕਿ ਜਦੋਂ ਸਕੇਅਰ ਰੂਟ ਲਵਾਂਗੇ ਦੋਨੋਂ ਪਾਸੇ ਵਰਗਮੂਲ ਲੈਣ 'ਤੇ 36 ਦਾ ਵਰਗਮੂਲ 6, ਅਤੇ ਸਾਨੂੰ ਪਤਾ ਕਿ ਇਹ ਜਿਹੜੀ ਬਹੁਪਦ ਵਾ ਉਹਦੀਆਂ ਵੈਲਿਊਜ਼ ਜਿਹੜੀਆਂ ਨੇ K ਦੀਆਂ ਇੱਕ ਪਲੱਸ ਅਤੇ ਇੱਕ ਮਾਈਨਸ ਦੇ ਵਿੱਚ ਆਉਣੀ ਆ। ਆਹ ਦੇਖੋ ਸਕੇਅਰ ਰੂਟ ਲਿਆ ਸੀ ਇਸ ਕਰਕੇ ਇੱਕ ਪਲੱਸ ਅਤੇ ਇੱਕ ਮਾਈਨਸ 6। ਆਹ ਦੇਖੋ ਇਹਦਾ ਆਨਸਰ B ਆਪਸ਼ਨ 6 ਪਲੱਸ ਦਾ ਅਤੇ 1 6 ਮਾਈਨਸ ਦਾ। ਕੁਐਸਚਨ ਨੰਬਰ 12 ਜਿਹੜਾ ਉਹ ਦੇਖੋ, ਜੇਕਰ 6 ਦੇ ਨਾਲ K ਦਿੱਤੀ ਗਈ ਸਮੀਕਰਨ 3x = y = 22 ਦਾ ਇੱਕ ਹੱਲ ਹੋਵੇ ਤਾਂ K ਦਾ ਮੁੱਲ ਪਤਾ ਕਰੋ। ਇਹ ਵੀ ਬੜਾ ਸੌਖਾ ਜਿਹਾ ਕੁਐਸਚਨ ਹੈ ਬੱਚਿਓ। ਆਹ ਦੇਖੋ ਸਾਨੂੰ ਆਹ 2 ਵੈਲਿਊਜ਼ ਦਿੱਤੀਆਂ ਨੇ। ਪਹਿਲੀ ਵੈਲਿਊ ਤੁਹਾਨੂੰ ਪਤਾ ਕਿ ਜਿਹੜੇ ਕੋਆਰਡੀਨੇਟਸ ਅਸੀਂ ਦੇਖਦੇ ਹਾਂ ਉਹਦੇ 'ਚ ਪਹਿਲੀ ਵੈਲਿਊ x ਦੀ ਅਤੇ ਦੂਸਰੀ ਵੈਲਿਊ ਕਿਹਦੀ ਹੁੰਦੀ ਆ y ਦੀ। ਹੁਣ x ਦੀ ਜਗ੍ਹਾ 'ਤੇ 6 ਲਿਖਾਂਗੇ ਇਹਦੇ 'ਚ, ਅਤੇ y ਦੀ ਜਗ੍ਹਾ 'ਤੇ K ਲਿਖਾਂਗੇ ਅਤੇ ਸੋਲਵ ਕਰ ਲਾਂਗੇ, ਸਾਡਾ ਆਨਸਰ ਆ ਜਾਏਗਾ। ਦੇਖੋ 3 x ਦੀ ਜਗ੍ਹਾ 'ਤੇ ਕੀ ਲਿਖਣਾ 6, y ਇਕੱਲਾ ਵਾ ਉੱਥੇ K ਆ ਗਿਆ ਬਰਾਬਰ 22, 3 6 18, 18 = K ਬਰਾਬਰ 22। ਹੁਣ 18 22 ਚੋਂ ਇੱਧਰ ਜਾ ਕੇ ਮਾਈਨਸ ਹੋ ਜਾਏਗਾ, ਸਾਡੇ ਕੋਲ ਕੀ ਆ ਜਾਏਗਾ K ਬਰਾਬਰ 22 - 18, ਅਤੇ K ਦੀ ਵੈਲਿਊ ਕਿੰਨੀ ਆ ਗਈ
के बराबर है 4, 22 चो 18 गए 4, तो यह के की वैल्यू आ गई। यही साडा आंसर आ, ए ऑप्शन। 13वां क्वेश्चन देखो, जेकर रेखी समीकरण जोड़े दियाँ ਰੇਖਾਵਾਂ ਸਮਾਂਤਰ ਹਨ ਤਾਂ ਇਸ ਸਥਿਤੀ ਵਿੱਚ ਸਮੀਕਰਨ ਜੋੜੇ ਦੇ ਹੱਲ ਕੀ ਹੁੰਦੇ ਹਨ। ਇਫ ਦਾ ਪੇਅਰ ਆਫ ਲੀਨੀਅਰ ਇਕੁਏਸ਼ਨਸ ਆਰ ਪੈਰਲਲ ਦੈਨ ਵਾਟ ਇਜ਼ ਦਾ ਸੋਲੂਸ਼ਨ ਆਫ ਲੀਨੀਅਰ ਇਕੁਏਸ਼ਨਸ। ਦੇਖੋ ਬੱਚਿਓ, ਜਦੋਂ ਰੇਖਾਵਾਂ ਸਮਾਂਤਰ ਹੋ ਜਾਂਦੀਆਂ ਨੇ ਦੋਨੋਂ ਆਪਸ 'ਚ ਕਿਤੇ ਨਹੀਂ ਮਿਲਦੀਆਂ ਅਤੇ ਉਹਨਾਂ ਦਾ ਫਿਰ ਸਮੀਕਰਨਾਂ ਦਾ ਕੋਈ ਹੱਲ ਨਹੀਂ ਜੇ ਹੁੰਦਾ। ਇਹ ਧਿਆਨ ਰੱਖਿਓ, ਫਿਰ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ। ਜੇ ਸਮੀਕਰਨ ਆਪਸ 'ਚ ਇੱਕ ਦੂਸਰੇ ਨੂੰ ਕਿਸੇ ਇੱਕ ਬਿੰਦੂ 'ਤੇ ਕੱਟ ਦੇਣ ਤਾਂ ਉਹਨਾਂ ਦਾ ਇੱਕ ਹੱਲ ਹੁੰਦਾ ਵਾ, ਅਤੇ ਜੇ ਸਮੀਕਰਨ ਇੱਕੋ ਲਾਈਨ ਦੇ ਉੱਪਰ ਹੀ ਦੋਨੋਂ ਬਣ ਜਾਣ ਤਾਂ ਫਿਰ ਉਹਨਾਂ ਦੇ ਮੈਨੀ ਸੋਲੂਸ਼ਨ ਹੁੰਦੇ ਆ। ਇਹ ਸਾਰੀਆਂ ਕੰਡੀਸ਼ਨਾਂ ਨੇ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਕਿਹਾ ਕਿ ਰੇਖਾਵਾਂ ਕੀ ਨੇ, ਸਮਾਂਤਰ। ਸਮਾਂਤਰ ਰੇਖਾਵਾਂ ਆਪਸ ਵਿੱਚ ਕਦੇ ਵੀ ਨਹੀਂ ਮਿਲਦੀਆਂ ਅਤੇ ਫਿਰ ਇਹਨਾਂ ਸਮੀਕਰਨਾਂ ਦਾ ਕੋਈ ਹੱਲ ਨਹੀਂ ਹੋਏਗਾ। ਕਿਹੜੀ ਆਪਸ਼ਨ ਆਏਗੀ? ਡੀ ਆਪਸ਼ਨ, ਕਿ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ। ਆ ਦੇਖੋ, ਨੋ ਸੋਲੂਸ਼ਨ। ਇਹ ਸਾਡੇ ਕੋਲ ਡੀ ਆਪਸ਼ਨ ਵਾ, ਨੋ ਸੋਲੂਸ਼ਨ, ਕਿ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਜਦੋਂ ਸਮਾਂਤਰ ਰੇਖਾਵਾਂ ਹੋ ਜਾਣ। ਇਹ ਸੀਗਾ ਕੁਐਸਚਨ ਨੰਬਰ 13। ਅੱਗੇ ਦੇਖੋ ਕੁਐਸਚਨ 14, ਜੇਕਰ ਐਕਸ ਬਰਾਬਰ ਏ ਵਾਈ ਬਰਾਬਰ ਬੀ ਸਮੀਕਰਨਾਂ ਦਿੱਤੀਆਂ ਨੇ ਦੋ ਦਾ ਹੱਲ ਹੋਣ ਤਾਂ ਏ ਅਤੇ ਬੀ ਦਾ ਜਿਹੜਾ ਵਾ ਉਹ ਮੁੱਲ ਪਤਾ ਕਰੋ। ਹੁਣ ਸਾਨੂੰ ਐਕਸ ਬਰਾਬਰ ਏ ਅਤੇ ਵਾਈ ਬਰਾਬਰ ਬੀ ਦਿੱਤਾ ਹੋਇਆ ਵਾ, ਅਤੇ ਆਹ ਦੋ ਸਮੀਕਰਨਾਂ ਦਿੱਤੀਆਂ ਨੇ। ਅਸੀਂ ਇਹਨਾਂ ਸਮੀਕਰਨਾਂ ਵਿੱਚ ਐਕਸ ਦੀ ਜਗ੍ਹਾ 'ਤੇ ਏ ਅਤੇ ਵਾਈ ਦੀ ਜਗ੍ਹਾ 'ਤੇ ਬੀ ਪੁੱਟ ਕਰਾਂਗੇ, ਇਹਨਾਂ ਨੂੰ ਸੋਲਵ ਕਰ ਲਾਂਗੇ। ਆਹ ਦੇਖੋ, ਐਕਸ ਮਾਈਨਸ ਵਾਈ ਆ, ਅਤੇ ਐਕਸ ਦੀ ਜਗ੍ਹਾ 'ਤੇ ਜਦੋਂ ਏ ਲਿਖਿਆ ਤਾਂ ਸਾਡੇ ਕੋਲ ਕੀ ਆਏਗਾ? ਇੱਧਰ ਦੇਖੋ, ਐਕਸ ਦੀ ਜਗ੍ਹਾ 'ਤੇ ਏ ਲਿਖ ਲਿਆ, ਮਾਈਨਸ ਵਾਈ ਦੀ ਜਗ੍ਹਾ 'ਤੇ ਬੀ ਬਰਾਬਰ 2। ਇਹ ਸਮੀਕਰਨ ਸਾਡੇ ਕੋਲ ਪਹਿਲੀ ਆ ਗਈ। ਦੂਸਰੀ ਸਮੀਕਰਨ, ਐਕਸ ਦੀ ਜਗ੍ਹਾ 'ਤੇ ਏ ਪਲੱਸ ਬੀ ਬਰਾਬਰ 4। ਹੁਣ ਦੇਖੋ, ਆਹ ਦੋ ਸਮੀਕਰਨਾਂ ਆ ਗਈਆਂ, ਇਹਨਾਂ ਨੂੰ ਅਸੀਂ ਪਲੱਸ ਕਰ ਲਾਂਗੇ ਕਿਉਂਕਿ ਇੱਧਰ ਆਹ ਦੋਨੋਂ ਮਾਈਨਸ ਅਤੇ ਪਲੱਸ ਦੇ ਕੱਟੇ ਜਾਣਗੇ। ਸਾਡੇ ਕੋਲ ਇੱਧਰ ਕੀ ਆ ਜਾਏਗਾ? 2a, ਅਤੇ ਆਹ ਮਾਈਨਸ b ਅਤੇ ਪਲੱਸ b ਜਿਹੜੇ ਉਹ ਕੈਂਸਲ ਹੋ ਗਏ। 2a ਬਰਾਬਰ ਹੈ 4 ਅਤੇ 2 6। ਹੁਣ ਇੱਥੋਂ a ਦੀ ਵੈਲਿਊ ਕੱਢ ਲਓ। a ਕਿਹਦੇ ਬਰਾਬਰ ਆਏਗਾ? 6/2। ਕਟਿੰਗ ਕਰ ਦਿਓ, 2 ਤੀਏ 6। a ਦੀ ਵੈਲਿਊ ਕਿੰਨੀ ਆ ਗਈ? 3। a ਕਿਹਦੇ ਬਰਾਬਰ ਆ ਗਿਆ? 3। ਇਹੀ ਆਨਸਰ ਇਹਦਾ ਏ ਦਾ। ਹੁਣ ਏ ਦੀ ਵੈਲਿਊ ਜਿਹੜੀ ਹੈ ਇਹਨਾਂ ਦੋਨਾਂ 'ਚੋਂ ਕਿਸੇ ਸਮੀਕਰਨ 'ਚ ਵੀ ਪੁੱਟ ਕਰ ਦਿਓ। ਮੈਂ ਸਮੀਕਰਨ ਨੰਬਰ 2 'ਚ ਏ ਦੀ ਵੈਲਿਊ ਪੁੱਟ ਕਰ ਦਿੰਦਾ, ਇੱਥੇ 3। ਸਾਡੇ ਕੋਲ ਸਮੀਕਰਨ ਕੀ ਬਣੇਗੀ? ਇੱਥੇ ਮੈਂ 3 ਲਿਖ ਦਿੱਤਾ, 3 ਜਮ੍ਹਾਂ b ਬਰਾਬਰ 4, ਅਤੇ b ਬਰਾਬਰ ਹੈ 4 ਮਾਈਨਸ 3। ਇੱਧਰ ਜਾ ਕੇ ਮਾਈਨਸ ਹੋ ਗਿਆ, ਅਤੇ b ਦੀ ਵੈਲਿਊ ਕਿੰਨੀ ਆ ਗਈ? 1। ਆਹ ਸਾਡੇ ਕੋਲ ਦੋਨੋਂ ਵੈਲਿਊਜ਼ ਆ ਗਈਆਂ, ਏ ਦੀ ਵੈਲਿਊ 3 ਅਤੇ b ਦੀ ਵੈਲਿਊ 1। ਹੁਣ ਦੇਖੋ, a 3 ਅਤੇ b 1। ਆਹ ਦੇਖੋ, ਆਹ a ਦੀ ਵੈਲਿਊ 3 ਅਤੇ ਦੂਸਰੀ ਵੈਲਿਊ 1 ਆ ਗਈ। ਇਹੀ ਸੀ ਆਪਸ਼ਨ ਇਹਦਾ ਆਨਸਰ ਜੇ। ਅੱਗੇ ਦੇਖੋ ਨੈਕਸਟ ਕੁਐਸਚਨ, ਜੇਕਰ ਸਮੀਕਰਨਾਂ ਆ ਦੋ ਸਮੀਕਰਨਾਂ ਲਿਖੀਆਂ ਨੇ ਦਾ ਇੱਕ ਵਿਲੱਖਣ ਹੱਲ ਹੋਵੇ ਤਾਂ ਕੇ ਦਾ ਮੁੱਲ ਦੱਸੋ। ਹੁਣ ਕੇ ਦੀ ਵੈਲਿਊ ਫਾਈਂਡ ਕਰਨੀ ਆ ਅਸੀਂ, ਅਤੇ ਇਹਦੇ 'ਚ ਕਿਹਾ ਕਿ ਇੱਕ ਵਿਲੱਖਣ ਹੱਲ ਹੋਵੇ। ਹੁਣ ਜਿਹੜੀ ਵਿਲੱਖਣ ਹੱਲ ਦੀ ਕੰਡੀਸ਼ਨ ਜੇ ਨਾ, ਉਹ ਤੁਹਾਨੂੰ ਪਤਾ ਹੀ ਹੈ ਕੀ ਹੁੰਦੀ ਆ, a1/a2 ਨਾਟ ਇਕੁਅਲ ਟੂ b1/b2। ਇਹ ਵਿਲੱਖਣ ਹੱਲ ਦੀ ਸ਼ਰਤ ਜੇ। ਹੁਣ ਅਸੀਂ ਇਹਦੇ 'ਚ ਵੈਲਿਊਜ਼ ਪੁੱਟ ਕਰਕੇ ਅਤੇ ਕੇ ਦੀ ਵੈਲਿਊ ਫਾਈਂਡ ਕਰ ਲਾਂਗੇ। ਆਹ ਦੇਖੋ, a1 ਇੱਥੇ ਕਿੰਨਾ ਵਾ? ਐਕਸ ਦੇ ਨਾਲ ਇਹਦੀ ਵੈਲਿਊ 4। ਇੱਥੇ ਕੀ ਸਾਡੇ ਕੋਲ ਆ ਜਾਏਗਾ? a1 ਦਾ ਵੈਲਿਊ ਕਿੰਨੀ ਆ ਗਈ? a1 ਦੀ 4/। ਹੁਣ ਇੱਧਰੋਂ ਦੇਖੋ, a2 ਦੀ ਵੈਲਿਊ 2 ਨਾਟ ਇਕੁਅਲ ਟੂ b1। b1 ਕਿੰਨਾ ਆ ਗਿਆ? k, ਅਤੇ ਇਹਦੇ ਨਾਲ ਕਿੰਨਾ ਆ ਗਿਆ ਇੱਧਰੋਂ? /2। ਹੁਣ ਸਾਡੇ ਕੋਲ ਆਹ ਵਾਲੀ ਵੈਲਿਊ ਆ ਗਈ। ਹੁਣ ਇਹਦੇ 'ਚੋਂ ਅਸੀਂ ਵੈਲਿਊ ਕੱਢਾਂਗੇ ਕੇ ਦੀ। ਇਹਨੂੰ ਇੱਧਰ ਮਲਟੀਪਲਾਈ ਕਰ ਦਿਓ, 4 ਗੁਣਾ 2/2 ਨਾਟ ਇਕੁਅਲ ਟੂ ਕੇ। 2 ਨਾਲ 2 ਕੱਟ ਹੋ ਗਿਆ, 4 × 4 ਅਤੇ ਕਿੰਨਾ ਆ ਗਿਆ? ਇੱਥੇ ਲਿਖ ਲਓ 4 ਨਾਟ ਇਕੁਅਲ ਟੂ ਕੇ, ਅਤੇ ਜਾਂ ਇਹਨੂੰ ਅਸੀਂ ਕੀ ਕਹਿ ਸਕਦੇ ਹਾਂ? ਕੇ ਨਾਟ ਇਕੁਅਲ ਟੂ 4। ਇਹ ਸਾਡਾ ਆਨਸਰ ਆ ਗਿਆ। ਦੇਖੋ ਇਹਦੇ 'ਚ ਕਿੱਥੇ ਆ ਕੇ ਨਾਟ ਇਕੁਅਲ ਟੂ 4? ਆਹ ਦੇਖੋ ਬੀ ਆਪਸ਼ਨ, ਇਹੀ ਇਹਦਾ ਆਨਸਰ ਜੇ, ਕੇ ਨਾਟ ਇਕੁਅਲ ਟੂ 4।
ਅੱਗੇ ਦੇਖੋ ਕੁਐਸਚਨ ਨੰਬਰ 16, ਚੱਕਰ ਨੂੰ ਦੋ ਬਿੰਦੂਆਂ 'ਤੇ ਕੱਟਣ ਵਾਲੀ ਰੇਖਾ ਨੂੰ ਡੈਸ਼ ਕਹਿੰਦੇ ਹਨ। ਦੇਖੋ ਬੱਚਿਓ, ਇੱਕ ਜਿਹੜਾ ਚੱਕਰ ਵਾ, ਮੈਂ ਇੱਥੇ ਤੁਹਾਨੂੰ ਰਫ ਜਿਹਾ ਬਣਾ ਕੇ ਦੱਸ ਦਿੰਦਾ। ਆ ਦੇਖੋ, ਮੰਨ ਲਓ ਇਸ ਤਰ੍ਹਾਂ ਇੱਕ ਚੱਕਰ ਆ। ਹੁਣ ਚੱਕਰ ਨੂੰ ਦੋ ਬਿੰਦੂਆਂ 'ਤੇ ਕੱਟਣ ਵਾਲੀ, ਦੇਖੋ ਜਿਹੜੀ ਤੇ ਰੇਖਾ ਦੋ ਬਿੰਦੂਆਂ 'ਤੇ ਕੱਟ ਗਈ ਵਿੱਚੋਂ ਦੀ, ਕਿਤੋਂ ਵੀ ਚੱਕਰ ਦੇ ਵਿੱਚੋਂ ਕੱਟ ਕੇ ਨਿਕਲ ਗਈ ਬਾਹਰ ਇਸ ਤਰ੍ਹਾਂ, ਇਹਨੂੰ ਅਸੀਂ ਬੋਲਦੇ ਜੇ ਛੇਦਕ ਰੇਖਾ। ਇਹਨੂੰ ਅਸੀਂ ਕੀ ਕਹਿੰਦੇ ਆ? ਛੇਦਕ ਰੇਖਾ, ਜਿਹੜੀ ਦੋ ਬਿੰਦੂਆਂ 'ਤੇ ਕੱਟਦੀ ਆ। ਇੰਟਰਸੈਕਟਿੰਗ ਅ ਸਰਕਲ ਇਨ 2 ਪੁਆਇੰਟਸ ਇਜ਼ ਕਾਲਡ ਆ ਸੀਕੈਂਟ ਲਾਈਨ। ਇਹ ਬੀ ਆਪਸ਼ਨ ਇਹਦਾ ਆਨਸਰ ਆ ਜਾਏਗਾ, ਸੀਕੈਂਟ। ਅੱਗੇ ਦੇਖੋ, ਯਾਨੀ ਕਿ ਛੇਦਕ ਰੇਖਾ, ਆ ਪੰਜਾਬੀ 'ਚ ਲਿਖਿਆ ਹੋਇਆ ਅੱਗੇ ਛੇਦਕ ਰੇਖਾ। 17ਵਾਂ ਕੁਐਸਚਨ ਦੇਖੋ, ਇੱਕ ਬਿੰਦੂ ਏ ਤੋਂ ਜੋ ਚੱਕਰ ਦੇ ਕੇਂਦਰ ਤੋਂ 25 ਸੈਂਟੀਮੀਟਰ ਦੂਰ ਹੈ। ਆ ਦੇਖੋ, ਇੱਕ ਬਿੰਦੂ ਏ ਤੋਂ ਜੋ ਚੱਕਰ ਦੇ ਕੇਂਦਰ ਤੋਂ 25 ਸੈਂਟੀਮੀਟਰ ਦੂਰ ਹੈ, ਚੱਕਰ ਦੀ ਸਪਰਸ਼ ਰੇਖਾ ਦੀ ਲੰਬਾਈ 24 ਸੈਂਟੀਮੀਟਰ ਹੈ। ਅੱਗੇ ਕੀ ਲਿਖਦੇ ਆ? ਚੱਕਰ ਦਾ ਅਰਧ ਵਿਆਸ ਪਤਾ ਕਰੋ। ਤੁਹਾਡੇ ਕੋਲ ਜਿਹੜੇ ਆ ਕੁਐਸਚਨ ਜੇ ਨਹੀਂ ਹੈਗੇ ਤਾਂ ਤੁਸੀਂ ਪ੍ਰਿੰਟ ਵੀ ਲੈ ਸਕਦੇ ਹੋ, ਜਾਂ ਤੁਸੀਂ ਆਪਣੇ ਪੰਜਾਬ ਐਜੂਕੇਅਰ ਐਪ ਤੋਂ ਵੀ ਦੇਖ ਸਕਦੇ ਹੋ। ਚੱਕਰ ਦਾ ਅਰਧ ਵਿਆਸ ਪਤਾ ਕਰੋ। ਹੁਣ ਦੇਖੋ, ਮੈਂ ਤੁਹਾਨੂੰ ਇਹਦੇ ਨਾਲ ਦੇ ਕੁਐਸਚਨ ਕਾਫੀ ਕਰਵਾ ਚੁੱਕਾ। ਜਿਹੜੀ ਮੇਰੀ ਚੱਕਰ ਵਾਲੇ ਦੇ ਟੌਪਿਕ ਉੱਪਰ ਜਿਹੜੀ ਵੀਡੀਓ ਸੀਗੀ, ਉਹਦੇ 'ਚ ਮੈਂ ਕਾਫੀ ਡਿਟੇਲ 'ਚ ਕਰਵਾਇਆ ਹੋਇਆ। ਹੁਣ ਮੈਂ ਤੁਹਾਨੂੰ ਇੱਥੇ ਰਫ ਡਾਇਗਰਾਮ ਬਣਾ ਕੇ ਫਿਰ ਵੀ ਤੁਹਾਨੂੰ ਮੈਂ ਇੱਦਾਂ ਸਮਝਾਉਣਾ ਕੁਐਸਚਨ ਕੀ ਆ। ਆ ਦੇਖੋ, ਆ ਚੱਕਰ ਆ। ਹੁਣ ਕੁਐਸਚਨ 'ਚ ਕੀ ਕਹਿੰਦੇ ਆ? ਕੋਈ ਚੱਕਰ ਇੱਕ ਬਿੰਦੂ ਏ ਤੋਂ ਚੱਕਰ ਦੇ ਕੇਂਦਰ ਤੋਂ 25 ਮੀਟਰ ਦੂਰ ਹੈ, ਜੋ ਕਿ ਆ ਦੇਖੋ, ਮੰਨ ਲਓ ਇੱਥੇ ਮੈਂ ਇੱਕ ਬਿੰਦੂ ਏ ਲੈ ਲਿਆ। ਇਹਦੀ ਦੂਰੀ ਕੇਂਦਰ ਤੋਂ ਕਿੰਨੀ ਬਣੀ? ਕੇਂਦਰ ਮੰਨ ਲਓ ਉਹ ਆ, ਉਹ ਕਹਿੰਦੇ 25 ਸੈਂਟੀਮੀਟਰ ਆ। ਹੁਣ ਕਹਿੰਦੇ ਚੱਕਰ ਦੀ ਜਿਹੜੀ ਸਪਰਸ਼ ਰੇਖਾ ਵਾ, ਉਹਦੀ ਲੰਬਾਈ 24 ਆ। ਮੰਨ ਲਓ ਇੱਥੇ ਕਿਤੇ ਚੱਕਰ ਦੀ ਸਪਰਸ਼ ਰੇਖਾ ਬਣਦੀ ਇਸ ਤਰ੍ਹਾਂ ਕਰਕੇ, ਇੱਥੇ ਕੋਈ ਬਿੰਦੂ ਬੀ ਆ, ਇਹਦੀ ਲੰਬਾਈ ਕਿੰਨੀ ਦਿੱਤੀ ਆ? 24 ਸੈਂਟੀਮੀਟਰ। ਹੁਣ ਚੱਕਰ ਦਾ ਜਿਹੜਾ ਅਰਧ ਵਿਆਸ ਉਹ ਪਤਾ ਕਰਨਾ, ਇਹਦਾ ਕੋਣ ਇੱਥੇ 90 ਡਿਗਰੀ। ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਦੂਸਰੀਆਂ ਵੀਡੀਓਜ਼ ਵਿੱਚ ਵੀ, ਉਹ ਜਿਹੜੀਆਂ ਵੀਡੀਓਜ਼ ਮੇਰੀਆਂ ਸਰਕਲ ਉੱਪਰ ਆ ਜਾਂ ਹੋਰ ਟੌਪਿਕ ਦੇ ਉੱਪਰ ਆ, ਤੁਹਾਨੂੰ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਤੁਸੀਂ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਨੂੰ ਕਲਿੱਕ ਕਰਕੇ ਉਹਦੇ 'ਚ ਦੇਖ ਲਿਓ, ਸਾਰੀਆਂ ਵਰਕਸ਼ੀਟਸ ਦੇ ਲਿੰਕ ਉਹਦੇ ਵਿੱਚ ਤੁਹਾਨੂੰ ਮਿਲਣਗੇ। ਹੁਣ ਆ ਦੇਖੋ, ਇਹ 25 ਆ। ਮੈਂ ਇਹਨੂੰ ਸ਼ਾਰਟਕਟ ਇਸ ਕਰਕੇ ਕਰਵਾ ਰਿਹਾ ਕਿਉਂਕਿ ਇਹਦੇ ਨਾਲ ਦੇ ਬਹੁਤ ਸਾਰੇ ਕੁਐਸਚਨ ਮੈਂ ਉਸ ਵਰਕਸ਼ੀਟਸ ਵਿੱਚ ਕਰਵਾਏ ਹੋਏ ਨੇ। ਹੁਣ ਤੁਹਾਨੂੰ ਮੈਂ ਡਾਇਗਰਾਮ ਉਹਦੇ 'ਚ ਵੀ ਦੱਸੀ ਸੀ ਘੁਮਾ ਕੇ, ਕਿ ਜਿੱਥੇ 90 ਡਿਗਰੀ ਦਾ ਕੋਣ ਬਣਦਾ ਵਾ, ਸਮਕੋਣੀ ਤ੍ਰਿਭੁਜ ਵਿੱਚ ਇੱਕ ਲੰਬ ਅਤੇ ਇੱਕ ਆਧਾਰ ਹੁੰਦਾ, ਅਤੇ ਆਹ ਕਰਨ ਵਾ, ਅਤੇ ਕਰਨ ਕਿੰਨਾ? 25। ਹੁਣ ਕਰਨ ਦਾ ਵਰਗ ਯਾਨੀ ਕਿ 25 ਦਾ ਵਰਗ ਕਿਹਦੇ ਬਰਾਬਰ ਆਉਂਦਾ? ਲੰਬ ਦਾ ਵਰਗ ਜਮਾ ਆਧਾਰ ਦਾ ਵਰਗ, ਅਤੇ ਲੰਬ ਕਿੰਨਾ ਵਾ? 24। 24 ਦਾ ਵਰਗ ਅਤੇ ਆਧਾਰ BO, ਜਿਹਨੂੰ ਅਸੀਂ ਅਰਧ ਵਿਆਸ ਲਿਖਿਆ ਹੋਇਆ ਉੱਥੇ, ਉਹਦਾ ਵਰਗ। ਹੁਣ ਆ ਦੇਖੋ, 25 ਦਾ ਵਰਗ 625, 24 ਦਾ ਵਰਗ 576, ਇੱਧਰ ਆ ਕੇ ਮਾਈਨਸ ਹੋ ਜਾਣਾ, ਮੈਂ ਨਾਲ ਹੀ ਲਿਖ ਦਿੱਤਾ, ਬਰਾਬਰ BO ਦਾ ਵਰਗ। ਹੁਣ 625 ਵਿੱਚੋਂ 576 ਮਾਈਨਸ ਕਰਨੇ, 15 ਚੋਂ 6 ਗਏ 9, ਅਤੇ 11 ਚੋਂ 7 ਗਏ 4, ਅਤੇ ਬਾਕੀ ਉਹਦਾ 0। 49 ਬਰਾਬਰ ਹੈ BO ਦਾ ਵਰਗ। ਅਤੇ BO ਕਿਹਦੇ ਬਰਾਬਰ ਆ ਗਿਆ? ਦੋਨੋਂ ਪਾਸੇ ਵਰਗਮੂਲ ਲੈਣ 'ਤੇ ਇਹਦਾ ਵਰਗਮੂਲ 49 ਦਾ ਵਰਗਮੂਲ ਲਿਆ, ਅਤੇ ਕਿੰਨਾ ਆ ਗਿਆ? 7। ਯਾਨੀ ਕਿ ਅਰਧ ਵਿਆਸ BO ਜਿਹੜਾ ਸੀਗਾ, ਦੇਖੋ BO ਅਰਧ ਵਿਆਸ ਕਿੰਨਾ ਆ ਗਿਆ? 7। ਅਤੇ ਦੇਖੋ ਇਹਦਾ ਆਨਸਰ ਕਿਹੜੀ ਆਪਸ਼ਨ ਆ? ਆਪਸ਼ਨ A। ਆ ਦੇਖੋ, A ਆਪਸ਼ਨ ਇਹਦਾ ਆਨਸਰ ਆ ਗਿਆ, 7 ਸੈਂਟੀਮੀਟਰ। ਇਹ ਕੀ ਹੋਏਗਾ? ਰੇਡੀਅਸ ਆਫ ਦਾ ਸਰਕਲ। ਅੱਗੇ ਦੇਖੋ ਕੁਐਸਚਨ ਨੰਬਰ 18, ਦੋ ਸਮਕੇਂਦਰੀ ਚੱਕਰਾਂ ਦੇ ਅਰਧ ਵਿਆਸ 5 ਸੈਂਟੀਮੀਟਰ ਅਤੇ 3 ਸੈਂਟੀਮੀਟਰ ਹਨ। ਵੱਡੇ ਚੱਕਰ ਦੀ ਉਸ ਜੀਵਾ ਦੀ ਲੰਬਾਈ ਪਤਾ ਕਰੋ ਜੋ ਕਿ ਛੋਟੇ ਚੱਕਰ ਨੂੰ ਸਪਰਸ਼। ਆ ਦੇਖੋ ਬੱਚਿਓ, ਦੋ ਸਮਕੇਂਦਰੀ ਚੱਕਰਾਂ ਦੇ ਅਰਧ ਵਿਆਸ ਦਿੱਤੇ ਸੀ 5 ਸੈਂਟੀਮੀਟਰ ਅਤੇ 3 ਸੈਂਟੀਮੀਟਰ। ਆ ਦੇਖੋ, ਕੇਂਦਰ O ਵਾਲਾ ਇੱਕ ਚੱਕਰ ਆ ਬਣਾ ਲਿਆ, ਇੱਕ ਉਹਦੇ ਬਾਹਰ। ਇਹ ਦੋ ਸਮਕੇਂਦਰੀ ਚੱਕਰ, ਕਹਿੰਦੇ ਕਿ ਇੱਕ ਚੱਕਰ ਦਾ ਅਰਧ ਵਿਆਸ ਕਿੰਨਾ? 5 ਸੈਂਟੀਮੀਟਰ ਅਤੇ ਇੱਕ ਦਾ 3। ਜਿਹੜਾ 5 ਸੈਂਟੀਮੀਟਰ ਆ ਦੇਖੋ, ਉਹ ਵੱਡਾ ਚੱਕਰ ਬਾਹਰ ਵਾਲਾ O ਤੋਂ ਲੈ ਕੇ A ਤੱਕ, ਇਹ ਕਿੰਨਾ ਆ ਗਿਆ? 5 ਸੈਂਟੀਮੀਟਰ। ਹੁਣ ਜਿਹੜਾ ਛੋਟਾ ਚੱਕਰ ਆ ਅੰਦਰ ਵਾਲਾ O ਤੋਂ ਲੈ ਕੇ P ਤੱਕ,
3 ਸੈਂਟੀਮੀਟਰ। ਕੁਐਸਚਨ ਦੇ ਵਿੱਚ ਕੀ ਕਹਿੰਦੇ ਆ ਕਿ ਜਿਹੜੀ ਸਪਰਸ਼ ਜਿਹੜੀ ਰੇਖਾ ਵਾ ਆ ਜਿਹੜੀ ਛੋਟੇ ਕੇਂਦਰ ਨੂੰ ਸਪਰਸ਼ ਕਰਦੀ ਆ, ਦੇਖੋ ਮੈਂ ਸ਼ੀਟ ਦੀ ਦੂਸਰੀ ਸਾਈਡ ਤੁਹਾਨੂੰ ਦਿਖਾਉਣਾ। ਆ ਦੇਖੋ ਕਹਿੰਦੇ ਵੱਡੇ ਚੱਕਰ ਦੀ ਉਸ ਜੀਵਾ ਦੀ ਲੰਬਾਈ ਪਤਾ ਕਰੋ ਜੋ ਕਿ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੈ। ਆ ਦੇਖੋ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੈ, ਇਹ ਸਟੇਟਮੈਂਟ ਆ। ਹੁਣ ਦੇਖੋ ਛੋਟੇ ਚੱਕਰ ਨੂੰ ਸਪਰਸ਼ ਕਰਨ ਵਾਲੀ ਜੀਵਾ ਕਿਹੜੀ ਆ? AB। ਕਿੱਥੇ ਸਪਰਸ਼ ਕਰਦੀ? P ਬਿੰਦੂ 'ਤੇ। ਹੁਣ ਮੈਂ ਤੁਹਾਨੂੰ ਦੱਸਾਂ ਕਿ ਇਹਨੂੰ ਅਸੀਂ ਸੋਲਵ ਕਿਸ ਤਰ੍ਹਾਂ ਕਰਨਾ। ਆ ਦੇਖੋ ਇਹ ਜਿਹੜਾ ਚੱਕਰ ਦਾ ਅਰਧ ਵਿਆਸ ਸਪਰਸ਼ ਰੇਖਾ ਦੇ ਨਾਲ ਸਮਕੋਣ ਬਣਾਉਂਦਾ। ਆ ਲੰਬ, ਆਧਾਰ, ਕਰਨ। ਹੁਣ ਸਾਨੂੰ ਕਰਨ ਦਿੱਤਾ, ਲੰਬ ਦਿੱਤਾ, ਆਧਾਰ ਅਸੀਂ ਕੱਢ ਲਾਂਗੇ ਯਾਨੀ ਕਿ AP। ਹੁਣ ਦੇਖੋ ਸਮ ਕੇਂਦਰੀ ਚੱਕਰਾਂ ਦੇ ਉੱਪਰ ਜਿਹੜੀ ਆ ਜੀਵਾ ਬਣੀ ਹੋਈ ਹੈ, ਜਿਹੜੀ ਛੋਟੇ ਚੱਕਰ ਨੂੰ ਛੂਹ ਕੇ ਜਾ ਰਹੀ ਆ, ਇਹਦੀ ਲੰਬਾਈ ਜਿੰਨੀ AP ਤੱਕ ਵਾ ਓਨੀ ਹੀ PB ਤੱਕ ਵਾ, ਕਿਉਂਕਿ ਇੱਥੋਂ ਲੈ ਕੇ ਤੇ ਜੇ ਮੈਂ ਇੱਥੋਂ ਤੱਕ B ਤੱਕ ਵੀ ਇੱਕ ਇਸ ਤਰ੍ਹਾਂ ਦਾ ਰੇਖਾ ਖੰਡ ਖਿੱਚਾਂ ਤੇ ਉਹ ਵੀ ਕਿੰਨਾ ਹੋਏਗਾ? 5 ਸੈਂਟੀਮੀਟਰ, ਯਾਨੀ ਕਿ ਦੋਨੋਂ ਪਾਸੇ ਬਰਾਬਰ ਹੋਏਗਾ। ਤੇ ਇਸ ਕਰਕੇ AP ਦੀ ਲੰਬਾਈ ਜਿਹੜੀ ਆ ਉਹ PB ਦੇ ਬਰਾਬਰ ਵਾ। ਤੇ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ ਕਿ ਜਿਹੜਾ AB ਆ, ਜਿਹੜਾ ਅਸੀਂ ਸਪਰਸ਼ ਜਿਹੜੀ ਜੀਵਾ ਵਾ ਉਹਦੀ ਲੰਬਾਈ ਪਤਾ ਕਰਨੀ ਆ AB ਦੀ, ਉਹ ਕਿਹਦੇ ਬਰਾਬਰ ਆ? AP ਪਲੱਸ PB। ਇਹ ਇਹਦੇ ਬਰਾਬਰ ਆ। ਸਾਡੇ ਕੋਲ ਅਰਧ ਵਿਆਸ ਨੇ, ਮੈਂ ਇੱਥੇ ਪਾਇਥਾਗੋਰਸ ਥਿਊਰਮ ਲਗਾਵਾਂਗਾ। ਪਾਇਥਾਗੋਰਸ ਥਿਊਰਮ ਲਗਾ ਕੇ AP ਦਾ ਜਿਹੜਾ ਵਾ ਉਹ ਪਤਾ ਕਰਾਂਗਾ ਮਾਪ ਕਿੰਨਾ ਵਾ, ਫਿਰ ਅਸੀਂ AP ਪਲੱਸ PB ਕਰਾਂਗੇ ਤੇ ਸਾਡੇ ਕੋਲ AB ਦਾ ਮਾਪ ਆ ਜਾਏਗਾ। ਹੁਣ ਤਾਂ ਮੈਂ ਦੱਸਿਆ ਕਿ ਆਹ ਕਰਨ, ਆਹ ਲੰਬ, ਕਰਨ ਦਾ ਵਰਗ ਮੈਂ ਇੱਥੇ ਡਾਇਰੈਕਟ ਲਿਖ ਦਿੰਦਾ, ਲੰਬ ਦਾ ਵਰਗ ਪਲੱਸ ਸਾਡੇ ਕੋਲ ਇੱਧਰ ਕੀ ਆਧਾਰ AP, ਇਹਦਾ ਵਰਗ। 5 ਦਾ ਵਰਗ 25 ਬਰਾਬਰ 9 ਪਲੱਸ AP ਦਾ ਵਰਗ। 25 ਚੋਂ 9 ਮਾਈਨਸ ਕਰਾਂਗੇ ਬਰਾਬਰ AP ਦਾ ਵਰਗ। 25 ਚੋਂ 9 ਮਾਈਨਸ ਕੀਤੇ ਕਿੰਨਾ ਆ ਗਿਆ? 16। ਦੋਨੋਂ ਪਾਸੇ ਵਰਗਮੂਲ ਲੈਣ 'ਤੇ ਇੱਧਰ ਵਰਗਮੂਲ 16 ਹੋ ਜਾਏਗਾ, ਇੱਧਰ AP ਕਿੰਨਾ ਮੁੱਲ ਆ ਗਿਆ AP ਦਾ? 4। ਹੁਣ AP ਜੇ 4 ਸੈਂਟੀਮੀਟਰ ਆ ਗਿਆ ਤੇ PB ਕਿੰਨਾ ਹੋਏਗਾ? ਸੇਮ ਤੁਹਾਨੂੰ ਦੱਸਿਆ ਸੀ ਦੋਨੋਂ ਪਾਸੇ, ਉਹ ਵੀ 4 ਸੈਂਟੀਮੀਟਰ। ਤੇ ਜੇ ਦੋਨਾਂ ਨੂੰ ਜੋੜ ਦਈਏ, ਆ ਦੇਖੋ AP ਪਲੱਸ PB, ਮੈਂ ਇੱਥੇ ਲਿਖ ਦਿੰਦਾ ਕਿ AB ਬਰਾਬਰ ਹੈ AP ਪਲੱਸ PB। ਤੇ 4 ਜਮ੍ਹਾਂ 4 ਬਰਾਬਰ 8 ਸੈਂਟੀਮੀਟਰ। ਇਹ ਸਾਡਾ ਆਨਸਰ ਆ ਗਿਆ 8 ਸੈਂਟੀਮੀਟਰ। ਅਸੀਂ ਦੇਖਦੇ ਹਾਂ ਆਪਣੇ ਜਿਹੜਾ ਮਾਡਲ ਟੈਸਟ ਪੇਪਰ ਆ ਦੇਖੋ C ਆਪਸ਼ਨ ਇਹਦਾ ਆਨਸਰ ਜੇ 8 ਸੈਂਟੀਮੀਟਰ। ਇਹ ਸੀਗਾ ਕੁਐਸਚਨ ਨੰਬਰ 18। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 19। ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ? ਤੁਹਾਨੂੰ ਪਤਾ ਹੀ ਹੈ ਬੱਚਿਓ। ਆ ਦੇਖੋ ਮੈਂ ਇੱਥੇ ਚੱਕਰ ਬਣਾ ਦਿੰਦਾ। ਆ ਦੇਖੋ ਇਸ ਤਰ੍ਹਾਂ ਚੱਕਰ। ਹੁਣ ਚੱਕਰ ਦੇ ਉੱਪਰ ਸਪਰਸ਼ ਰੇਖਾ ਖਿੱਚਣੀ ਹੋਏ ਬਾਹਰੋਂ ਕਿਸੇ ਬਿੰਦੂ ਤੋਂ, ਇੱਕ ਸਪਰਸ਼ ਰੇਖਾ ਇੱਧਰ ਚੱਲ ਗਈ ਤੇ ਇੱਕ ਇੱਧਰ, ਬਸ ਇਸ ਤੋਂ ਵੱਧ ਇਹਦੇ 'ਤੇ ਸਪਰਸ਼ ਰੇਖਾਵਾਂ ਨਹੀਂ ਆ ਸਕਦੀਆਂ। ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ? 2। ਤੇ ਕੀ ਆਨਸਰ ਆ ਗਿਆ ਇਹਦਾ? B ਆਪਸ਼ਨ 2। 20ਵਾਂ ਕੁਐਸਚਨ ਦੇਖੋ, ਬਿੰਦੂ AB ਦੀ ਮੂਲ ਬਿੰਦੂ ਤੋਂ ਦੂਰੀ ਦੱਸੋ। ਦਾ ਡਿਸਟੈਂਸ ਆਫ ਪੁਆਇੰਟ AB ਫਰੋਮ ਦਾ ਓਰੀਜਨ ਇਜ਼। ਦੇਖੋ ਬੱਚਿਓ ਜਿਹੜੇ ਓਰੀਜਨ ਦੇ ਯਾਨੀ ਮੂਲ ਬਿੰਦੂ ਦੇ ਜਿਹੜੇ ਨਿਰਦੇਸ਼ਾਂਕ ਹੁੰਦੇ ਆ ਉਹ ਕਿਹੜੇ ਹੁੰਦੇ ਨੇ? 0 0। ਹੁਣ ਇਹਨਾਂ ਦੀ ਦੂਰੀ ਜਿਹੜੀ AB ਦੀ ਆ ਉਹ ਮੂਲ ਬਿੰਦੂ ਤੋਂ ਦੇਖਣੀ ਆ। ਹੁਣ ਸਾਨੂੰ ਪਤਾ ਕਿ ਜਿਹੜਾ ਡਿਸਟੈਂਸ ਫਾਰਮੂਲਾ ਵਾ ਉਹ ਕਿਹਦੇ ਬਰਾਬਰ ਹੁੰਦਾ? ਵਰਗਮੂਲ x2 ਮਾਈਨਸ x1 ਦਾ ਸਕੇਅਰ ਪਲੱਸ y2 ਮਾਈਨਸ y1 ਦਾ ਸਕੇਅਰ, ਇਹਦੇ ਬਰਾਬਰ ਹੁੰਦਾ। ਹੁਣ ਸਾਨੂੰ ਪਤਾ ਕਿ ਜੇ ਅਸੀਂ ਸਾਡੇ ਕੋਲ ਆਹ ਵਾਲਾ x1 y1 ਅਤੇ x2 y2 ਆ। ਹੁਣ ਦੇਖੋ a ਮਾਈਨਸ 0 ਕਿੰਨਾ ਆ ਜਾਏਗਾ? a। ਮੈਂ ਇੱਥੇ ਡਾਇਰੈਕਟ ਲਿਖ ਲੈਣਾ a ਅਤੇ a ਦਾ ਵਰਗ ਨਾਲ ਆ ਜਾਏਗਾ। ਇਸੇ ਤਰ੍ਹਾਂ ਪਲੱਸ b ਮਾਈਨਸ 0 b ਬਚਿਆ, ਇੱਥੇ b ਮਾਈਨਸ 0 b ਬਚਿਆ ਅਤੇ b ਦਾ ਵਰਗ ਇੱਥੇ ਆ ਗਿਆ। ਅਤੇ ਕਿਹੜਾ ਆਨਸਰ ਆ ਗਿਆ? D ਆਪਸ਼ਨ a ਸਕੇਅਰ ਪਲੱਸ b ਸਕੇਅਰ। ਹੁਣ ਬੱਚਿਓ ਆ ਦੇਖੋ ਜਿਹੜਾ 21ਵਾਂ ਕੁਐਸਚਨ ਵਾ,
ਇਹਦੇ ਵਿੱਚ 3 ਸਾਨੂੰ ਬਿੰਦੂ ਦਿੱਤੇ ਹੋਏ ਨੇ ਔਰ ਇਹਨਾਂ ਤਿੰਨਾਂ ਬਿੰਦੂਆਂ ਬਾਰੇ ਉਹਨਾਂ ਨੇ ਕੀ ਪੁੱਛਿਆ, ਆਪਸ਼ਨ ਦਿੱਤੀ ਥੱਲੇ ਕਿ ਕੀ ਇਹ ਸਮਭੁਜੀ ਤ੍ਰਿਭੁਜ ਦੇ ਸਿਖਰ ਹਨ, ਇਹ ਸਮਰੇਖੀ ਹਨ, ਸਮ ਦੋ ਭੁਜੀ ਤ੍ਰਿਭੁਜ ਦੇ ਸਿਖਰ ਹਨ ਕਿ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਹੁਣ ਬੱਚਿਓ ਦੇਖੋ, ਜਦੋਂ ਅਸੀਂ ਇਹਨੂੰ ਦੇਖਣਾ ਵਾ ਕਿ ਇਹ ਤ੍ਰਿਭੁਜ ਜਿਹੜੀ ਆ ਉਹ ਸਮਭੁਜੀ ਬਣਦੀ ਆ ਜਾਂ ਸਮ ਦੋ ਭੁਜੀ ਕੇ ਸਮਰੇਖੀ ਬਣਦੀ ਆ, ਇਹਦੇ ਵਾਸਤੇ ਅਸੀਂ ਇੱਕ ਤ੍ਰਿਭੁਜ ਬਣਾਵਾਂਗੇ। ਤਿੰਨੇ ਬਿੰਦੂ ਤ੍ਰਿਭੁਜ ਦੇ ਲੈ ਲਾਂਗੇ, ਫਿਰ ਤਿੰਨਾਂ ਦਾ ਅਸੀਂ ਉਸੇ ਤਰੀਕੇ ਨਾਲ ਹੀ ਸੋਲਵ ਕਰਾਂਗੇ ਜਿਸ ਤਰ੍ਹਾਂ ਅਸੀਂ ਡਿਸਟੈਂਸ ਫਾਰਮੂਲਾ ਲਗਾ ਕੇ ਸੋਲਵ ਕਰਦੇ ਸੀ। ਸੋਲਵ ਕਰਕੇ ਦੇਖਾਂਗੇ ਜੇ ਸਾਡੇ ਆਨਸਰ ਜਿਹੜੇ ਨੇ ਜੇ ਤਾਂ ਤਿੰਨੇ ਬਰਾਬਰ ਆ ਗਏ ਤਾਂ ਉਹ ਸਮਭੁਜੀ ਤ੍ਰਿਭੁਜ ਦੇ ਸਿਖਰ ਹੋ ਜਾਣਗੇ, ਜੇ ਉਹਨਾਂ 'ਚੋਂ ਦੋ ਬਰਾਬਰ ਆ ਗਏ ਤਾਂ ਸਮ ਦੋ ਭੁਜੀ ਤ੍ਰਿਭੁਜ ਦੇ ਸਿਖਰ ਹੋਣਗੇ, ਅਤੇ ਤੀਸਰਾ ਜੇ ਤਿੰਨੇ ਵੱਖਰੇ ਵੱਖਰੇ ਆਉਂਦੇ ਆ ਅਤੇ ਉਹਨਾਂ ਵਿੱਚੋਂ ਕਿਸੇ ਦੋ ਭੁਜਾਵਾਂ ਦਾ ਜੋੜ ਕਰੀਏ ਅਤੇ ਉਹ ਤੀਸਰੀ ਭੁਜਾ ਦੇ ਬਰਾਬਰ ਆ ਜੇ ਤਾਂ ਫਿਰ ਉਹ ਬਿੰਦੂ ਜਿਹੜੇ ਨੇ ਸਮਰੇਖੀ ਹੋਣਗੇ। ਹੁਣ ਸੋਲਵ ਕਰਕੇ ਦੇਖਦੇ ਹਾਂ ਕਿ ਸਾਡੇ ਕੋਲ ਇਹਨਾਂ ਤਿੰਨਾਂ ਵਿੱਚੋਂ ਕਿਹੜੀ ਆਪਸ਼ਨ ਆਉਂਦੀ ਆ। ਆਹ ਦੇਖੋ, ਆਹ ਤ੍ਰਿਭੁਜ ਬਣਾ ਲਈ, ਤ੍ਰਿਭੁਜ ਦੇ ਮੈਂ ਤਿੰਨੇ ਆਹ ਸਿਖਰ ਲੈ ਲਏ। ਹੁਣ ਇਹਨਾਂ ਸਿਖਰਾਂ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਏ ਬੀ ਦੇਖਾਂਗਾ ਭੁਜਾ ਉਹਦੀ ਕਿੰਨੀ ਦੂਰੀ ਇੱਕ ਦੂਸਰੇ ਤੋਂ, ਫਿਰ ਬੀ ਸੀ ਦੀ ਅਤੇ ਫਿਰ ਸੀ ਏ ਜਾਂ ਏ ਸੀ। ਚਲੋ ਸ਼ੁਰੂ ਕਰਦੇ ਹਾਂ। ਹੁਣ ਮੈਂ ਇਹਦੇ 'ਚ ਜ਼ਿਆਦਾ ਕੁਛ ਨਹੀਂ ਲਿਖਾਂਗਾ ਕਿਉਂਕਿ ਤੁਸੀਂ ਹੁਣ ਜਿਹੜੇ ਐਗਜ਼ਾਮ ਤੁਹਾਡੇ ਹੋਣੇ ਆ ਉਹਦੇ 'ਚ MCQ ਬੇਸਡ ਨੇ ਔਰ ਤੁਸੀਂ ਬਿਲਕੁਲ ਕੁਇੱਕ ਰਿਸਪੌਂਸ ਤੁਸੀਂ ਚਾਹੁੰਦੇ ਹੋ ਕਿ ਆਨਸਰ ਜਿਹੜਾ ਵਾ ਜਲਦੀ ਜਲਦੀ ਨਿਕਲੇ। ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ, ਸਿੱਧਾ ਇੱਥੇ ਦੂਰੀ ਸੂਤਰ ਲਿਖਾਂਗੇ। ਅਤੇ ਦੂਰੀ ਸੂਤਰ ਤੁਹਾਨੂੰ ਪਤਾ ਹੀ ਆ, ਜਿਸ ਤਰ੍ਹਾਂ ਮੰਨ ਲਓ ਮੈਂ ਪਹਿਲਾਂ AB ਪੁਆਇੰਟ ਦੀ ਦੂਰੀ ਕੱਢਣੀ ਆ ਅਤੇ AB ਬਰਾਬਰ ਹੈ, ਕੀ ਫਾਰਮੂਲਾ ਇਹਦਾ ਦੱਸੋ? ਹਾਂਜੀ, x2 ਮਾਈਨਸ x1 ਇਹਦਾ ਸਕੇਅਰ ਪਲੱਸ y2 ਮਾਈਨਸ y1 ਦਾ ਸਕੇਅਰ। ਇਹ ਫਾਰਮੂਲਾ ਬਿਲਕੁਲ ਠੀਕ ਆ। ਹੁਣ ਦੇਖੋ ਇਹਦੇ 'ਚ ਇਹ ਸਾਡੇ ਕੋਲ ਜਿਹੜੇ ਬਿੰਦੂ ਨੇ, ਇੱਕ x1 ਇੱਕ y1 ਅਤੇ ਇੱਕ x2 ਅਤੇ y2, ਅਸੀਂ ਇਹਦੇ 'ਚ ਵੈਲਿਊਜ਼ ਪੁੱਟ ਕਰ ਦਾਂਗੇ। ਆ ਦੇਖੋ, ਸਭ ਤੋਂ ਪਹਿਲਾਂ x2 ਦੀ ਵੈਲਿਊ -2 ਮਾਈਨਸ ਫਾਰਮੂਲੇ ਦਾ ਅਤੇ x1 ਕਿੰਨਾ 1 ਇਹਦਾ ਸਕੇਅਰ ਪਲੱਸ y2 ਕਿੰਨਾ 7 ਅਤੇ ਮਾਈਨਸ ਫਾਰਮੂਲੇ ਦਾ ਅਤੇ y1 ਕਿੰਨਾ 1 ਅਤੇ ਇਹਦਾ ਸਕੇਅਰ। ਇਹਨੂੰ ਸੋਲਵ ਕਰ ਲੈਂਦੇ ਹਾਂ। ਸਾਡੇ ਕੋਲ ਆ ਜਾਏਗਾ -3 ਦਾ ਸਕੇਅਰ ਪਲੱਸ 7 ਚੋਂ 1 ਗਏ ਅਤੇ 6 ਦਾ ਸਕੇਅਰ ਕਿੰਨਾ ਆ ਗਿਆ। -3 ਦਾ ਸਕੇਅਰ ਕਿਹਦੇ ਬਰਾਬਰ ਹੁੰਦਾ? 9 ਜਮਾ 36, ਇਹ ਕਿਹਦੇ ਬਰਾਬਰ ਆ ਗਿਆ? ਵਰਗਮੂਲ 45। ਹੁਣ 45 ਵਿੱਚੋਂ ਦੇਖੋ ਕਿ ਇਹ ਵਰਗਮੂਲ ਅੱਗੇ ਇਹਦੇ ਫੈਕਟਰ ਬਣਦੇ ਆ ਕਿ ਨਹੀਂ? ਬਿਲਕੁਲ ਬਣ ਜਾਂਦੇ ਆ। ਜਿਸ ਤਰ੍ਹਾਂ ਇੱਕ ਟਰਮ ਜਿਹਦਾ ਵਰਗਮੂਲ ਨਿਕਲ ਜਾਂਦਾ ਉਹ 9 ਅਤੇ ਦੂਸਰੀ ਜਿਹਦਾ ਵਰਗਮੂਲ ਨਹੀਂ ਨਿਕਲਦਾ 5, ਅਤੇ ਕਿੰਨਾ ਆ ਗਿਆ? 9 ਦਾ ਵਰਗਮੂਲ 3 ਵਰਗਮੂਲ 5। ਇਹ ਸਾਡੇ ਕੋਲ ਇੱਕ ਸਾਈਡ ਆ ਗਈ, ਇਹ ਵਾਲੀ AB 3 ਵਰਗਮੂਲ 5। ਹੁਣ ਅਸੀਂ ਦੂਸਰੀ ਸਾਈਡ ਕੱਢਾਂਗੇ। ਦੂਸਰੀ ਸਾਈਡ ਤੁਸੀਂ ਲੈ ਲਓ, ਜੇ BC ਫਾਈਂਡ ਕਰਨਾ ਤਾਂ ਪਹਿਲਾਂ BC ਕੱਢ ਲੈਂਦੇ ਅਸੀਂ। ਇੱਥੇ ਲਿਖੋ BC। ਹੁਣ ਫਾਰਮੂਲਾ ਨਹੀਂ ਲਿਖਾਂਗੇ, ਹੁਣ ਸਿੱਧੇ ਹੀ ਫਾਰਮੂਲੇ ਦੇ ਵਿੱਚ ਵੈਲਿਊਜ਼। ਹੁਣ ਤੁਸੀਂ BC ਕੱਢਣਾ ਅਤੇ ਇਹਨੂੰ x1 ਕਰ ਲਾਂਗੇ ਅਸੀਂ, ਇਹ y1 ਅਤੇ ਇਹ x2 ਅਤੇ ਉਹ y2। ਉਹੀ x2 3 ਮਾਈਨਸ x1 -2 ਤਾਂ ਮਾਈਨਸ ਪਲੱਸ ਹੋ ਜਾਏਗਾ, +2 ਇਹਦਾ ਸਕੇਅਰ ਪਲੱਸ ਦੂਸਰਾ y2 -3 ਅਤੇ -7 ਦਾ ਸਕੇਅਰ। ਹੁਣ ਇਹਨੂੰ ਸੋਲਵ ਕਰ ਲਓ। 3 ਜਮਾ 2 5 ਦਾ ਸਕੇਅਰ ਪਲੱਸ -10 ਦਾ ਸਕੇਅਰ। ਇਹਨਾਂ ਨੂੰ ਸੋਲਵ ਕੀਤਾ, ਕਿੰਨਾ ਆ ਗਿਆ? 25 ਜਮਾ 100, ਯਾਨੀ ਕਿ 125 ਆ ਗਿਆ ਵਰਗਮੂਲ ਦੇ ਵਿੱਚ। ਹੁਣ ਇਹਦੇ 'ਚੋਂ ਇੱਕ ਇਹਦਾ ਫੈਕਟਰ ਬਣਨਗੇ 25 5 125 ਅਤੇ 25 ਦਾ ਵਰਗਮੂਲ 5 ਕਿੰਨਾ ਆ ਗਿਆ? 5 ਵਰਗਮੂਲ 5। ਇਹ ਸਾਡੇ ਕੋਲ ਆ ਗਿਆ 5 ਵਰਗਮੂਲ 5। ਹੁਣ ਅਸੀਂ ਕੱਢਾਂਗੇ ਇਹਦੀ ਤੀਸਰੀ ਸਾਈਡ ਜਿਹੜੀ ਆ ਉਹ ਕਿਹੜੀ ਆ? CA।
ਹੁਣ CA ਦੇ ਵਿੱਚ ਦੇਖੋ, ਹੁਣ ਇਹ ਵਾਲਾ ਸਾਡੇ ਕੋਲ x1 ਤੇ y1 ਹੋ ਜਾਏਗਾ, ਤੇ ਉੱਪਰ ਵਾਲਾ ਜਿਹੜਾ ਵਾ ਉਹ x2 ਤੇ y2 ਹੋ ਜਾਏਗਾ। ਅਸੀਂ ਚੇਂਜ ਕਰਕੇ ਤੇ ਇਹਨਾਂ ਨੂੰ ਸੋਲਵ ਕਰ ਲਾਂਗੇ। ਹੁਣ ਦੇਖੋ x2 ਸਾਡੇ ਕੋਲ a ਦੀ ਵੈਲਿਊ ਆ ਗਈ, ਇਹ ਆ ਗਈ 1 ਮਾਈਨਸ 3 ਦੀ ਪਾਵਰ 2 ਪਲੱਸ y2 ਵੀ 1 ਵਾ, ਤੇ ਮਾਈਨਸ ਮਾਈਨਸ ਪਲੱਸ ਤੇ ਨਾਲ 3 ਆ ਗਿਆ, ਤੇ ਇਹਦਾ ਸਕੇਅਰ। ਹੁਣ ਇਹਦੀ ਵੈਲਿਊ ਦੇਖੋ ਕਿੰਨੀ ਆਉਂਦੀ ਆ, -2 ਦਾ ਸਕੇਅਰ ਤੇ ਪਲੱਸ 4 ਦਾ ਸਕੇਅਰ। -2 ਦਾ ਸਕੇਅਰ 4 ਪਲੱਸ 16, ਇਹ ਕਿੰਨਾ ਬਣ ਗਿਆ, ਵਰਗਮੂਲ 20। ਹੁਣ ਇਹਦੇ 'ਚ ਵੀ ਫੈਕਟਰ 4 ਗੁਣਾ 5, 4 5 20, 4 ਦਾ ਵਰਗਮੂਲ ਕਿੰਨਾ ਆਉਂਦਾ 2, ਤੇ 2 ਵਰਗਮੂਲ 5। ਹੁਣ ਇੱਥੇ ਲਿਖ ਲਾਂਗੇ 2 ਵਰਗਮੂਲ 5। ਹੁਣ ਬੱਚੋ ਆ ਦੇਖੋ, ਆਹ ਟਰਾਇੰਗਲ ਤੁਹਾਡੇ ਸਾਹਮਣੇ ਆ। ਮੈਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਜੇ ਇਹਦੀਆਂ ਤਿੰਨੇ ਸਾਈਡਾਂ ਬਰਾਬਰ ਆਉਣ ਤੇ ਇਹ ਸਮਭੁਜੀ ਤ੍ਰਿਭੁਜ ਦੇ ਸਿਖਰ ਹੋਣਗੇ। ਜੇ 2 ਬਰਾਬਰ ਆਉਣ ਤੇ ਸਮ 2 ਭੁਜੀ ਦੇ ਸਿਖਰ ਹੋਣਗੇ। ਜੇ ਤਿੰਨੇ ਵੱਖਰੇ ਆਉਣ ਤੇ ਕਿਸੇ 2 ਭੁਜਾਵਾਂ ਦਾ ਜੋੜ ਜੇ ਤੀਸਰੀ ਭੁਜਾ ਦੇ ਬਰਾਬਰ ਆ ਰਿਹਾ ਤੇ ਬਿੰਦੂ ਕਿਹੜੇ ਨੇ, ਸਮਰੇਖੀ। ਹੁਣ ਇਹ 'ਚ ਤੁਸੀਂ ਧਿਆਨ ਨਾਲ ਦੇਖੋ, ਜੇ ਮੈਂ ਆਹ 2 ਭੁਜਾਵਾਂ ਦਾ ਜੋੜ ਆਪਸ 'ਚ ਕਰਾਂ, ਮੈਂ ਇੱਥੇ ਲਿਖ ਕੇ ਤੁਹਾਨੂੰ ਦੱਸ ਦਿੰਦਾ, ਵਰਗਮੂਲ 3 ਜਮਾ ਵਰਗਮੂਲ 2। ਆਹ ਦੇਖੋ ਵਰਗਮੂਲ 3 ਵਰਗਮੂਲ 5, 3 ਵਰਗਮੂਲ 5 ਜਮਾ 2 ਵਰਗਮੂਲ 5। ਜੇ ਇਹਨਾਂ ਦਾ ਜੋੜ ਕਰੀਏ ਤਾਂ ਕਿੰਨੇ ਆ ਜਾਂਦੇ ਬਰਾਬਰ, 3 ਤੇ 2 5, 5 ਵਰਗਮੂਲ 5। ਇਹ ਦੇਖੋ ਆ ਤੀਸਰੀ ਭੁਜਾ ਦੇ ਬਰਾਬਰ ਆ ਰਹੇ ਨਾ, ਜਿਹੜੀ BC ਆ। ਯਾਨੀ ਕਿ ਜੇ ਕਿਸੇ ਵੀ 2 ਭੁਜਾਵਾਂ ਦਾ ਜੋੜ ਤੀਸਰੀ ਭੁਜਾ ਦੇ ਬਰਾਬਰ ਆ ਜੇ ਤਾਂ ਬਿੰਦੂ ਕਿਹੜੇ ਹੁੰਦੇ ਨੇ, ਸਮਰੇਖੀ। ਤੇ ਇਸ ਕਰਕੇ ਫਿਰ ਇਹ ਵਾਲੇ ਬਿੰਦੂ ਕਿਹੜੇ ਹੋਣਗੇ, ਸਮਰੇਖੀ। ਇਹ ਸਾਡਾ ਜਿਹੜਾ ਸੀਗਾ ਕੁਐਸਚਨ ਸੀਗਾ, ਇਹਦਾ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਆਪਸ਼ਨ। ਆ ਦੇਖੋ ਕੋਲੀਨੀਅਰ, B ਆਪਸ਼ਨ। ਇਹ ਬਿੰਦੂ ਕਿਹੜੇ ਨੇ, ਕੋਲੀਨੀਅਰ, ਸਮਰੇਖੀ ਨੇ। ਇਹ ਸਾਡਾ 21ਵਾਂ ਕੁਐਸਚਨ ਸੀਗਾ। ਉਸ ਤੋਂ ਬਾਅਦ ਅੱਗੇ ਦੇਖੋ ਕੁਐਸਚਨ ਨੰਬਰ 22। AB ਇੱਕ ਚੱਕਰ ਦਾ ਵਿਆਸ ਹੈ। ਜੇਕਰ ਚੱਕਰ ਦੇ ਕੇਂਦਰ ਦੇ ਨਿਰਦੇਸ਼ਾਂਕ 3 - 4 ਹਨ ਅਤੇ B 1 4 ਹੋਵੇ ਤਾਂ A ਦੇ ਨਿਰਦੇਸ਼ਾਂਕ ਦੱਸੋ। ਅਸੀਂ ਡਾਇਗਰਾਮ ਬਣਾ ਕੇ ਤੇ ਫਿਰ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਸੋਲਵ ਕਰਨਾ ਵਾ। ਆਹ ਦੇਖੋ ਬੱਚਿਓ, ਸਰਕਲ ਦੀ ਜਿਹੜੀ ਹੈ ਡਾਇਗਰਾਮ ਬਣਾ ਲਈ ਆ। ਹੁਣ AB ਕੀ ਹੈ, ਚੱਕਰ ਦਾ ਇੱਕ ਵਿਆਸ ਦਿੱਤਾ ਹੋਇਆ। ਜੇ ਚੱਕਰ ਦੇ ਕੇਂਦਰ ਦੇ ਨਿਰਦੇਸ਼ਾਂਕ ਕਹਿੰਦੇ 3 ਤੇ -4 ਹੋਣ, ਇਹਦੇ ਨਿਰਦੇਸ਼ਾਂਕ ਕਿੰਨੇ ਆ, 3 ਤੇ -4। ਆ ਇਹਦੇ ਨਿਰਦੇਸ਼ਾਂਕ ਆ ਗਏ। ਇੱਕ ਬਿੰਦੂ ਜਿਹੜਾ B ਦਿੱਤਾ ਹੋਇਆ ਵਾ, ਉਹਦੇ ਨਿਰਦੇਸ਼ਾਂਕ ਦਿੱਤੇ ਹੋਏ ਨੇ ਸਾਨੂੰ 1 ਤੇ 4, 1 ਤੇ 4। ਹੁਣ ਇਹ ਸਾਡੇ ਕੋਲ ਨਿਰਦੇਸ਼ਾਂਕ ਆ ਗਏ। ਉਸ ਤੋਂ ਬਾਅਦ ਕਹਿੰਦੇ A ਦੇ ਨਿਰਦੇਸ਼ਾਂਕ ਪਤਾ ਕਰੋ। ਮੰਨ ਲਓ ਕਿ A ਦੇ ਨਿਰਦੇਸ਼ਾਂਕ ਅਸੀਂ ਕਿਹੜੇ ਲੈ ਲਏ, X ਤੇ Y। ਹੁਣ ਅਸੀਂ ਇਹਨਾਂ ਨੂੰ ਸੋਲਵ ਕਰਾਂਗੇ ਤੇ ਫਿਰ ਦੇਖਦੇ ਹਾਂ ਕਿ ਸਾਡੇ ਕੋਲ ਕੀ ਆਨਸਰ ਆਉਂਦਾ। ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ, ਜਦੋਂ ਇੱਕ ਚੱਕਰ ਦੇ ਵਿਆਸ ਦੇ ਵਿੱਚ ਕੇਂਦਰ ਤੇ ਨਿਰਦੇਸ਼ ਅੰਕ ਦਿੱਤੇ ਹੋਣ, ਜਿਹੜਾ ਚੱਕਰ ਦਾ ਵਿਆਸ ਆ ਤੁਹਾਨੂੰ ਪਤਾ ਕਿ ਉਹ ਕੇਂਦਰ ਤੋਂ ਲੈ ਕੇ ਤੇ ਇੱਕ ਬਿੰਦੂ ਤੱਕ ਤੇ ਫਿਰ ਕੇਂਦਰ ਤੋਂ ਲੈ ਕੇ ਦੂਸਰੇ ਬਿੰਦੂ ਤੱਕ ਦੋਨੋਂ ਪਾਸੇ ਅਰਧ ਵਿਆਸ ਬਣ ਜਾਂਦੇ ਨੇ। ਔਰ ਅਰਧ ਵਿਆਸਾਂ ਦੀ ਲੰਬਾਈ ਹਮੇਸ਼ਾ ਬਰਾਬਰ ਹੁੰਦੀ ਆ। ਤੇ ਇਹਦੇ ਵਿੱਚ ਜਿਹੜਾ ਡਿਸਟੈਂਸ ਆ ਦੋਨਾਂ ਦਾ ਬਰਾਬਰ ਹੋਏਗਾ। ਅਸੀਂ 1 ਯੂਨਿਟ ਮੰਨ ਲੈਂਦੇ ਹਾਂ, ਠੀਕ ਆ। ਇਹਦੇ 'ਚ ਜਿਹੜਾ ਕੇਂਦਰ ਦਾ ਵਾ ਉਹ ਮੱਧ ਬਿੰਦੂ ਦਿੱਤਾ ਵਾ, ਤੇ ਸਾਨੂੰ ਪਤਾ ਕਿ ਮੱਧ ਬਿੰਦੂ ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ, ਤੇ ਅਸੀਂ ਉਹਦੇ ਹਿਸਾਬ ਨਾਲ ਇਹਨੂੰ ਸੋਲਵ ਕਰਾਂਗੇ। ਇਹਦਾ ਫਾਰਮੂਲਾ ਸਿੱਧਾ ਬਣੇਗਾ x1 + x2/2 ਤੇ y1 + y2/2। ਯਾਨੀ ਕਿ ਆਹ ਫਾਰਮੂਲਾ ਸਿੱਧਾ ਲੱਗੇਗਾ ਜਦੋਂ ਮੱਧ ਬਿੰਦੂ ਦੇ ਨਿਰਦੇਸ਼ਾਂਕ ਹੋਣ ਕਿਤੇ ਵੀ। ਹੁਣ ਦੇਖੋ ਇਹਨੂੰ ਸੋਲਵ ਕਿਸ ਤਰ੍ਹਾਂ ਕਰਨਾ, ਮੈਂ ਤੁਹਾਨੂੰ ਬੋਲ ਕੇ ਦੱਸਤਾ, ਲਿਖਣ ਦੀ ਲੋੜ ਨਹੀਂ ਜ਼ਿਆਦਾ। ਅਸੀਂ ਇਹਦੀ ਕੈਲਕੂਲੇਸ਼ਨ ਦੇਖਦੇ ਹਾਂ। ਸਿੱਧਾ ਹੀ ਪੁਆਇੰਟ ਜਿਹੜਾ ਅਸੀਂ ਕੱਢਣਾ ਵਾ XY, ਉਹਨੂੰ ਕਿਸ ਤਰ੍ਹਾਂ ਲਿਖਾਂਗੇ। ਇਹ ਜਿਹੜਾ ਬਿੰਦੂ XY ਆ ਉਹ ਕਿਹਦੇ ਬਰਾਬਰ ਹੋਏਗਾ, x1 + x2/2 ਤੇ y1 + y2/2। ਅਸੀਂ ਇਹਦੇ 'ਚ ਵੈਲਿਊਜ਼ ਪੁੱਟ ਕਰ ਦਾਂਗੇ ਤੇ ਸਾਡੇ ਕੋਲ ਆਨਸਰ ਆ ਜਾਏਗਾ। ਹੁਣ ਦੇਖੋ ਜਿਹੜੇ ਮੱਧ ਬਿੰਦੂ ਦੇ ਜਿਹੜੇ ਨਿਰਦੇਸ਼ਾਂਕ ਨੇ, ਅਸੀਂ ਉਹਨਾਂ ਨੂੰ ਇੱਕ ਪਾਸੇ ਲਿਖ ਲਾਂਗੇ
जिथे आ फार्मूला हुंदा साडे कोल, आ जिहड़ा मध्य बिंदु आ ये इत्थे आ जाएगा, क्योंकि साडे कोल आ एक्स ते वाई दी वैल्यू इधर आ वाली आ। ये आ जाएगा 3 ते -4। हुण आ मध्य बिंदु आ गया। मध्य बिंदु का फार्मूला तुहानूं दस दित्ता सी, आ वा। हुण देखो इत्थे वैल्यूज़ पुट करांगे। आ देखो x1 प्लस x2, ये की आ गया x प्लस 1/2। दूसरा पॉइंट y1 प्लस y2, ਇਹਦਾ ਕੀ बन गया y प्लस 4/2। ਹੁਣ देखो पहली वैल्यू x ਦੀ ਇਹਦੇ बराबर होएगी तो y वाली ਇਹਦੇ बराबर होएगी। ਇੱਥੇ ਕੀ आ जाएगा x प्लस 1/2 इज इक्वल टू 3। तो दूसरा बिंदु की बन गया y प्लस 4/2 इज इक्वल टू -4। इन्हों सॉल्व कर लाँगे, साढ़े को x तो y की वैल्यू आ जाएगी। ਹੁਣ आ देखो x प्लस 1 बराबर 2 तीए 6 आ गए इधर, x बराबर 6 घटाओ 1, x बराबर 5। ਹੁਣ इधरों y की वैल्यू कढ़ लाँगे। y जमा 4 बराबर -8, 2 चौके 8 -8 आ गया। y बराबर -8 तो -4, तो y की वैल्यू कितनी आ गई -12। तो साढ़े को जो पॉइंट आया वो किहड़ा आया 5 तो -12। ये साढ़े ए दे निर्देशांक आ गए, साढ़े को ए बिंदु आ गया 5 तो -12। ये आंसर आ गया। हुण देखते हैं असीं जिहड़ा साडा पेपर आ उहदे विच आ देखो 5 तो -12 जिहड़ा सी ऑप्शन है जे साडा 22वां क्वेश्चन, ਉਹਦੀ ऑप्शन सी 5 तो -12। ये सीगा साडा 22वां क्वेश्चन। अगे देखो क्वेश्चन नंबर 23, किसी समांतर चतुर्भुज के 3 बिंदुओं के निर्देशांक जिहड़े ने ए बी तो सी, जे आ वाले निर्देशांक होण तां चौथे बिंदु डी के निर्देशांक दसो किहड़े होणगे। हुण इहनूं किस तरह सॉल्व करना वा तुहानूं मैं दसदा। आ देखो बच्चों समांतर चतुर्भुज ए बी सी डी डायग्राम बना लिया। हुण इन्हां दे निर्देशांक लिखांगे किहड़े किहड़े दित्ते आ। ए दे निर्देशांक की दित्ते ने -2,3। ਇਹ ਅਸੀਂ ए ਦੇ निर्देशांक लिख ਲਏ। बी ਦੇ निर्देशांक किन्ने ने 6 ਤੇ 7। ਉਸ ਤੋਂ ਬਾਅਦ सी ਦੇ निर्देशांक 8 ਤੇ 3। ਹੁਣ ਕਹਿੰਦੇ डी ਦੇ ਜਿਹੜੇ निर्देशांक ਨੇ ਉਹ ਅਸੀਂ ਪਤਾ ਕਰਨੇ ਆ। ਹੁਣ ਜਿਹੜਾ ਦੇਖੋ ਜਿਹੜਾ ਸਮ ਜਿਹੜਾ ਅਸੀਂ ਸੋਲਵ ਕਰਨਾ ਵਾ, ਇਹਦੇ 'ਚ ਮੰਨ ਲਓ ਅਸੀਂ ਆਹ निर्देशांक ਅਸੀਂ ਲੈ ਲਏ ਵੀ ਪਹਿਲੀ ਵੈਲਿਊ x ਦੀ ਅਤੇ ਦੂਸਰੀ y ਦੀ। ਹੁਣ ਸਮਾਂਤਰ ਚਤੁਰਭੁਜ ਦੇ ਵਿੱਚ ਅਸੀਂ ਇਹ निर्देशांक ਕਿਸ ਤਰ੍ਹਾਂ ਫਾਈਂਡ ਕਰਾਂਗੇ। ਦੇਖੋ ਕਿ ਜਿਹੜੇ ਸਮਾਂਤਰ ਚਤੁਰਭੁਜ ਦੇ ਜਿਹੜੇ ਵਿਕਰਨ ਬਣਦੇ ਆ ਨਾ, ਜਿਸ ਤਰ੍ਹਾਂ ਏ ਸੀ ਅਤੇ ਬੀ ਡੀ, ਇਹ ਇੱਕ ਦੂਸਰੇ ਨੂੰ ਸਮਦੁਭਾਜਿਤ ਕਰਦੇ ਨੇ। ਸਮਦੁਭਾਜਿਤ ਮੈਂ ਤੁਹਾਨੂੰ ਡਾਇਗਰਾਮ ਵਿੱਚ ਡਰਾ ਕਰਕੇ ਦੱਸਦਾ ਵਾਂ। ਹੁਣ ਆਹ ਦੇਖੋ ਆ ਦੋ ਵਿਕਰਨ ਬਣ ਗਏ, ਇੱਕ ਏ ਸੀ ਅਤੇ ਇੱਕ ਬੀ ਡੀ। ਇਹ ਇੱਕ ਦੂਸਰੇ ਨੂੰ ਸਮਦੁਭਾਜਿਤ ਕਰਦੇ ਨੇ, ਯਾਨੀ ਕਿ ਆਹ ਵਿਕਰਨ ਇਹਨਾਂ ਦੀ ਜਿਹੜੀ ਲੰਬਾਈ ਆ ਆਪਸ ਵਿੱਚ ਕੀ ਹੋ ਜਾਂਦੀ ਆ, ਬਰਾਬਰ ਹੋ ਜਾਂਦੀ ਆ। ਹੁਣ ਇਹ ਵਿਕਰਨ ਜਿਹੜੇ ਇੱਕ ਦੂਸਰੇ ਦੇ ਬਰਾਬਰ ਹੋ ਗਏ। ਆਹ ਬਿੰਦੂ ਜਿਹੜਾ ਕੀ ਬਣ ਗਿਆ ਇਹਨਾਂ ਦਾ ਮੱਧ ਬਿੰਦੂ। ਇਹ ਬਿੰਦੂ ਕਿਹੜਾ ਬਣ ਗਿਆ ਮੱਧ ਬਿੰਦੂ। ਯਾਨੀ ਕਿ ਜੇ ਜਿਸ ਤਰ੍ਹਾਂ ਮੈਂ ਪਿਛਲਾ ਸਵਾਲ ਕਰਵਾਇਆ ਸੀ, ਇੱਥੋਂ ਲੈ ਕੇ ਇੱਥੋਂ ਤੱਕ ਜਦੋਂ ਮੈਂ ਮੱਧ ਬਿੰਦੂ ਵਾਲਾ ਫਾਰਮੂਲਾ ਲਗਾਵਾਂਗਾ x1 + x2/2 ਅਤੇ y1 + y2/2, ਉਹ ਕਿਹਦੇ ਬਰਾਬਰ ਹੋਏਗਾ ਇਹਦੇ ਬਰਾਬਰ। ਯਾਨੀ ਕਿ ਇਹਨਾਂ ਦੋਨਾਂ ਦਾ ਜਿਹੜਾ ਡਿਸਟੈਂਸ ਵਾ ਆਪਸ ਦੇ ਵਿੱਚ ਬਰਾਬਰ ਹੋ ਜਾਏਗਾ। ਅਤੇ ਉੱਥੋਂ ਅਸੀਂ x ਅਤੇ y ਦੀ ਵੈਲਿਊ ਕੱਢ ਲਾਂਗੇ। ਅਤੇ ਹੁਣ ਅਸੀਂ ਕਿਸ ਤਰ੍ਹਾਂ ਸੋਲਵ ਕਰਨਾ ਵਾ ਕਿ ਸਾਨੂੰ ਪਤਾ ਕਿ ਮੱਧ ਬਿੰਦੂ ਦਾ ਫਾਰਮੂਲਾ ਤੁਹਾਨੂੰ ਮੈਂ ਦੱਸਿਆ ਹੁਣੇ ਹੀ, ਉਹ ਅਸੀਂ ਇੱਥੇ ਲਿਖ ਲਾਂਗੇ। ਫਿਰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਦੋ ਨਿਰਦੇਸ਼ਾਂਕ ਫਾਈਂਡ ਕਰਾਂਗੇ x1 + x2/2 ਅਤੇ y1 + y2/2। ਇਹੀ ਫਾਰਮੂਲੇ 'ਚ ਅਸੀਂ ਵੈਲਿਊਜ਼ ਪੁੱਟ ਕਰਾਂਗੇ। ਇੱਧਰੋਂ ਨਿਰਦੇਸ਼ਾਂਕ ਇੱਥੋਂ ਆ ਏ ਦੇ x1 y1 ਅਤੇ ਇੱਧਰ x2 y2 ਲੈ ਕੇ ਅਤੇ ਇਹਦੇ 'ਚ ਵੈਲਿਊ ਪੁੱਟ ਕਰਾਂਗੇ। ਦੂਸਰੇ ਪਾਸੇ ਅਸੀਂ ਇੱਧਰੋਂ x1 y1 ਅਤੇ x2 y2 ਲੈ ਕੇ ਸੋਲਵ ਕਰਾਂਗੇ ਅਤੇ ਦੋਨੋਂ ਆਪਸ 'ਚ ਕੀ ਹੋਣਗੇ ਇਕੁਅਲ। ਇੱਥੇ ਲਿਖ ਦਿੰਦਾ ਮੈਂ ਤੁਹਾਨੂੰ ਕਿ ਏ ਸੀ ਦਾ ਮੱਧ ਬਿੰਦੂ ਜਿਹੜਾ ਵਾ ਉਹ ਕਿਹਦੇ ਬਰਾਬਰ ਆ ਬੀ ਡੀ ਦੇ ਮੱਧ ਬਿੰਦੂ ਦੇ।
बराबर है बी डी का मध्य बिंदु। यह दोनों आपस में बराबर होणगे। हुण देखो ये वैल्यूज़ पुट करिए असी। सब तो पहला -2 + 8 बटा 2 कौमा 3 जमा 3 बटा 2। दूसरे पासे की आएगा 6 + x बटा 2। दूसरा 7 जमा y बटा 2। यह आ गए साढ़े को। हुण इन्हां सॉल्व करांगे असी। ये इक्वल ने, ये बराबर ये तो ये बराबर ये आ जाएगा। पहले इन्हों सॉल्व कर लें। इतों माइनस किया तो कितना आ गया साढ़े को पॉइंट 6 बटा 2 तो 6 बटा 2। ये दोनों बराबर आ गए। इधर वैल्यू वही रहेगी 6 जमा x बटा 2 तो 7 जमा y बटा 2। हुण इन्हों बराबर लिख लीए। 6 जमा x बटा 2 बराबर कितना आ गया 6 बटा 2 दे। ते दूसरे पासे 7 जमा y बटा 2 के बराबर आ गया 6 बटा 2 दे। हुण आ देखो हर दे विच 2 2 बराबर ने, कैंसल हो जाएंगे इधर भी तो इधर भी। हुण बाकी की बचया 6 जमा x बराबर 6। इत्थे की लिखांगे x बराबर 6 - 6 तो x बराबर 0। ये x की वैल्यू आ गई। इधर y बराबर 6 - 7 तो y बराबर -1। तो साढ़े को पॉइंट जोड़ा वा वो किहड़ा आ गया 0 - 1। यह डी के निर्देशांक जे जिहड़ा बिंदु असी फाइंड करना सीगा, यह डी के निर्देशांक साढ़े को आ गए। तो यही इसदा आंसर जे। देखते हैं असी अपने टैसट मॉडल टैसट पेपर में 23वें क्वेश्चन का आंसर 0 तो -1 ऑप्शन बी। आ देखो 0 तो -1 बिल्कुल जो आंसर असी फाइंड किया सीगा। हुण देखते हैं कि नैक्सट क्वेश्चन 24वां कि किसी बिंदु के निर्देशांक पता करो जो कि बिंदुआं -1 7 ਅਤੇ 4 - 3 ਨੂੰ 2:3 ਦੇ ਅਨੁਪਾਤ ਵਿੱਚ ਵੰਡਦਾ ਹੈ। ਹੁਣ ਅਸੀਂ ਇਹਨੂੰ ਸੋਲਵ ਕਰਦੇ ਹਾਂ। ਆ ਦੇਖੋ ਬੱਚਿਓ 24ਵੇਂ क्वेश्चन 'ਚ ਸਾਨੂੰ ए ਬਿੰਦੂ ਦਿੱਤਾ ਉਹਦੇ ਨਿਰਦੇਸ਼ਾਂਕ ਤੇ B ਦੇ ਨਿਰਦੇਸ਼ਾਂਕ ਤੇ ਜਿਹੜੀ ਅਨੁਪਾਤ ਸਾਨੂੰ 2:3 ਦਿੱਤਾ। ਹੁਣ ਅਸੀਂ ਇਹਦੇ 'ਚ ਸਿੱਧਾ ਹੀ ਵਿਭਾਜਨ ਸੂਤਰ ਲਗਾਵਾਂਗੇ। विभाजन सूत्र अनुसार ਜਿਹੜੇ ਅਸੀਂ निर्देशांक फाइंड करने आ वो देखो कि किसी बिंदु के निर्देशांक उन्होंने कहा सी पता करो ਜਿਹੜੇ ਇਹਨਾਂ ਦੋਨਾਂ ਬਿੰਦੂਆਂ ਨੂੰ ਇਸ ਅਨੁਪਾਤ ਵਿੱਚ ਵੰਡਦੇ ਹੋਣ। ਉਹਦੇ ਲਈ ਵਿਭਾਜਨ ਸੂਤਰ ਆ ਫਾਰਮੂਲਾ ਤੁਹਾਨੂੰ ਪਤਾ m1x2 + m2x1 ਓਵਰ m1 + m2। तो दूसरी थां ते सारा कुछ वही बस x की जगह ते y आ जाएगा y2। इधर m2 ते y1 ओवर m1 + m2। ਹੁਣ ਅਸੀਂ ਇਹਦੇ 'ਚ ਵੈल्यूज़ पुट कर देंगे, सॉल्व करांगे, साढ़े को आंसर आ जाएगा। देखो m1 2 तो x2 जे आ x1 तो x2 2 × 4 प्लस 3 × -1 थले वही 2 + 3 m1 + m2। दूसरे पासे साढ़े को वैल्यू आ गई 2 × -3 जमा 3 × 7 बटा 2 जमा 3। हुण इन्हां दी कैलकुलेशन कर लो। 2 चौके 8 ते नाल -3 बटा 5 -6 + 21 बटा 5। 8 - 5 5 बटा 5 इधरों आ गया तो 15 15 ते 6 21 15 बटा 5 5 एकम 5 5 तीए 15। साढ़े को किहड़ा बिंदु किहड़ा आ गया 1 ते 3। यही वो बिंदु ने जिहड़े सानूं लोड़ींदे सीगे। आंसर चैक करते हैं असी। आ देखो 1 ते 3 ए ऑप्शन ਇਹਦਾ आंसर ਸੀਗਾ 24वें क्वेश्चन का ए। अगे देखो बच्चों क्वेश्चन नंबर 25 जेकर 2 sin थीटा बराबर √3 तो थीटा किहदे बराबर होएगा। हुण इहनूं किस तरह सॉल्व करना मैं दसदा तुहानूं।
ਆ देखो बच्चों 2 sin थीटा इज इक्वल टू √3 आ तो कहते थीटा कि बराबर होएगा। हुण आ देखो 2 sin थीटा इज इक्वल टू √3, 2 इधर जाके थले लग जाएगा तो की साढ़े कोल आ गया sin थीटा बराबर √3/2। हुण देखो आ जिहड़ी वैल्यू आ sin 60 की वैल्यू √3/2 हुंदी आ, असीं लिखांगे sin थीटा बराबर sin 60 डिग्री, साइन ना साइन कैंसल तो थीटा कि बराबर आ गया 60 डिग्री दे। हुण देखो इसदा आंसर ये 25वें क्वेश्चन च थीटा 60 डिग्री बी ऑप्शन ਇਹਦਾ आंसर आ। ये क्वेश्चन ਹੁਣ बड़े ईजी होणगे। ट्रिग्नोमैट्री के क्वेश्चन ਜਿਹੜੇ ਆ बस सिर्फ समझण की गल ਹੁੰਦੀ ਆ, बाकी कैलकुलेशन की बहुत ईजी ਹੁੰਦੀ ਆ। ਹੁਣ ਆ देखो अगे क्वेश्चन की है cot स्क्वेयर थीटा -1/sin स्क्वेयर थीटा का मुੱਲ दसो कितना आएगा। ਹੁਣ ਇਹਦੇ 'ਚ आ देखो इधर भी सेम ही वही स्टेटमेंट इंग्लिश में लिखी हुई है, ये सामने मैं सॉल्व कर देना। इतने आ देखो cot स्क्वेयर थीटा माइनस sin स्क्वेयर थीटा, इधर दिता 1/sin स्क्वेयर थीटा। हुण 1/sin स्क्वेयर थीटा सानू पता कि बराबर होंदा, पहला तो cot स्क्वेयर थीटा इस तरह लिख लो, cot स्क्वेयर थीटा माइनस 1/sin कोसीकेंड होंदा, इत्थे स्केयर आ तो कोसीकेंड का स्केयर आ जाएगा, कोसीकेंड स्केयर थीटा। हुण जिहड़ा साडे कोल फार्मूला हुंदा वा वो हुंदा कोसीकेंड स्केयर थीटा माइनस cot स्केयर थीटा इज इक्वल टू 1 हुंदा। हुण ये उलट ने इस माइनस कॉमन कढ लांगे, बाकी उस तरह ही आ जाएगा कोसीकेंड स्केयर थीटा माइनस cot स्केयर थीटा। हुण इहदी वैल्यू सानू पता 1 वा ते माइनस बाहर वाला तो 1 अंदर -1 आ गया। तो आंसर देख लो इहदा 26 नंबर क्वेश्चन का आंसर -1 बी ऑप्शन। यह सीगा क्वेश्चन नंबर 26। अगे 27 साइन स्केयर 30 डिग्री प्लस cos स्केयर 45 डिग्री प्लस cos स्केयर 30 डिग्री कि बराबर आ। इन्हां दी वैल्यूज़ पुट करांगे विच, सॉल्व करांगे तो साढ़े को आंसर आ जाएगा। इत्थे लिखो जिहड़ा साइन स्केयर 30 आ, साइन स्केयर 30 यानी कि साइन स्केयर स्केयर बाहर पा लांगे, साइन 30 की वैल्यू कितनी होंदी है 1/2, 1/2 की पावर 2 प्लस cos 45, साइन 45 ते cos 45 दोनों बराबर होंदे ने 1/√2 दे, इहदा भी स्केयर। और cos 30 की वैल्यू जिहड़ी आ वो कितनी होंदी आ साइन 60 के उल्ट होंदी जे √3/2, इहदा भी स्केयर। इहदा स्केयर कितना आ गया 1/4, इहदा स्केयर आ गया 1/2, इहदा स्केयर आ गया 3/4। हुण इन्हां दा एलसीएम ले लो, एलसीएम लैके सॉल्व कर लो। आ देखो एलसीएम कितना आ गया 4, 1 + 2 + 3 कितना आ गया 6/4, 2 तीए 6, 2 दूनी 4 कितना आ गया 3/2। यही इसदा आंसर जे 3/2। आ देखो सी ऑप्शन, सी ऑप्शन 3/2 ਇਹਦਾ आंसर 27वें क्वेश्चन का। क्वेश्चन नंबर 28 देखो अगे कहते जेकर साइन ए बराबर 1/√2 ਅਤੇ cos b बराबर 1 है तो साइन a + b किहदे बराबर होएगा। आ देखो साइन ए सानू किहदे बराबर दिता 1/√2 दे, इत्थे लिख लेने आ साइन ए बराबर है हुण 1/√2 साइन 45 की वैल्यू आ, इत्थे साइन 45 डिग्री आ गया। हुण साइन नाल साइन कटिया गया तो ए किहदे बराबर आ गया 45 डिग्री। दूसरे पासे सानू की दिता हुआ वा cos b, cos b बराबर 1। हुण जिहड़ी एक वैल्यू आ वो जिहड़ी आ cos 0 की हुंदी आ, cos ना cos कैंसल तो b बराबर 0। हुण सानू वैल्यू किहदी क्या साइन a + b की। हुण साइन a + b किहदे बराबर होएगा साइन a की वैल्यू 45 + 0, ये किहदे बराबर आ गया साइन 45 डिग्री दे, तो साइन 45 किहदे बराबर हुंदा 1/√2 दे। यही इसदा आंसर जे। इहदे जी ऑप्शन देखते हैं। आ देखो बच्चों 1/√2 सी ऑप्शन का आंसर आ गया 1/√2। अगे देखो क्वेश्चन नंबर 29
ਕੋਸੀਕੈਂਟ ਸਕੇਅਰ ਥੀਟਾ 1 + cos ਥੀਟਾ × 1 - cos ਥੀਟਾ ਇਜ਼ ਇਕੁਅਲ ਟੂ। ਹੁਣ ਇਹਨੂੰ ਵੀ ਅਸੀਂ ਲਿਖ ਕੇ ਸੋਲਵ ਕਰਾਂਗੇ। ਦੇਖੋ ਇੱਥੇ ਦੇਖੋ ਕੋਸੀਕੈਂਟ ਸਕੇਅਰ ਥੀਟਾ, ਮੈਂ ਤੁਹਾਨੂੰ ਇੱਥੇ ਲਿਖ ਦੇਣਾ ਸਿੱਧਾ ਹੀ, ਪਹਿਲਾਂ ਦੇਖਿਓ ਕੋਸੀਕੈਂਟ ਸਕੇਅਰ ਥੀਟਾ, ਇਹ ਲਿਖ ਲਿਆ ਜੋ ਦਿੱਤਾ ਸੀ ਇੱਧਰ। ਇਹ 1 + cos ਥੀਟਾ ਅਤੇ 1 - cos ਥੀਟਾ, a + b a - b, ਕੀ ਫਾਰਮੂਲਾ ਹੁੰਦਾ a ਸਕੇਅਰ - b ਸਕੇਅਰ। ਇੱਥੇ ਲਿਖ ਲਾਂਗੇ ਅਸੀਂ a ਸਕੇਅਰ ਯਾਨੀ 1 ਦਾ ਸਕੇਅਰ ਅਤੇ b ਸਕੇਅਰ ਯਾਨੀ ਕਿ cos ਸਕੇਅਰ ਥੀਟਾ, ਇਹਦੇ ਬਰਾਬਰ ਆ ਗਿਆ। ਹੁਣ ਆ ਦੇਖੋ ਕੋਸੀਕੈਂਟ ਸਕੇਅਰ ਥੀਟਾ ਅਤੇ 1 - cos ਸਕੇਅਰ ਥੀਟਾ ਕਿਹਦੇ ਬਰਾਬਰ ਹੁੰਦਾ, ਸਾਈਨ ਸਕੇਅਰ ਥੀਟੇ ਦੇ। ਇੱਥੇ ਆ ਜਾਏਗਾ ਸਾਈਨ ਸਕੇਅਰ ਥੀਟਾ। ਹੁਣ ਆਹ ਵਾਲਾ ਫਾਰਮੂਲਾ ਤੁਹਾਨੂੰ ਪਤਾ ਹੀ ਹੈ, ਜਿਹੜਾ ਤੁਸੀਂ ਫਾਰਮੂਲਾ ਪੜ੍ਹਿਆ ਸੀਗਾ ਵੀ ਸਾਈਨ ਸਕੇਅਰ ਥੀਟਾ + cos ਸਕੇਅਰ ਥੀਟਾ ਇਜ਼ ਇਕੁਅਲ ਟੂ 1, ਅਤੇ ਜੇ ਸਾਈਨ ਦੀ ਵੈਲਿਊ ਕੱਢਣੀ ਆ ਤਾਂ ਉਹ 1 - cos ਸਕੇਅਰ ਥੀਟਾ ਹੋ ਜਾਂਦਾ। ਉਹਦੇ ਤੋਂ ਆਹ ਫਾਰਮੂਲਾ ਬਣਿਆ। ਹੁਣ ਕੋਸੀਕੈਂਟ ਸਕੇਅਰ ਥੀਟਾ ਅਤੇ ਸਾਈਨ ਸਕੇਅਰ ਥੀਟਾ ਤੁਹਾਨੂੰ ਪਤਾ ਰੈਸੀਪ੍ਰੋਕਲ ਨੇ, ਵੈਸੇ ਤਾਂ ਇੱਥੇ ਵੀ ਕੱਟੇ ਜਾ ਸਕਦੇ ਆ, ਪਰ ਫਿਰ ਵੀ ਮੈਂ ਲਿਖ ਦਿੰਦਾ ਵਾਂ ਵੀ ਕੋਸੀਕੈਂਟ ਸਕੇਅਰ ਥੀਟੇ ਦੀ ਵੈਲਿਊ 1/sin ਸਕੇਅਰ ਥੀਟਾ। ਇੱਥੇ ਲਿਖ ਲੈਂਦੇ ਹਾਂ ਸਾਈਡ 'ਤੇ 1/sin ਸਕੇਅਰ ਥੀਟਾ ਅਤੇ ਮਲਟੀਪਲਾਈ ਆਹ ਵਾਲਾ ਸਾਈਨ ਸਕੇਅਰ ਥੀਟਾ, ਦੋਵੇਂ ਕੈਂਸਲ ਹੋ ਗਏ ਅਤੇ ਆਂਸਰ ਕਿੰਨਾ ਆ ਗਿਆ ਇਜ਼ ਇਕੁਅਲ ਟੂ 1। 1 ਆਂਸਰ ਆ ਗਿਆ ਅਤੇ 1 ਆਂਸਰ ਦਾ C ਆਪਸ਼ਨ ਜੇ, ਇਹੀ ਇਹਦਾ ਆਂਸਰ ਜੇ 1। ਨੈਕਸਟ ਕੁਐਸਚਨ ਦੇਖੋ 30 ਨੰਬਰ। ਜੇਕਰ 3 cot ਥੀਟਾ ਬਰਾਬਰ 5 ਹੈ ਤਾਂ 5 sin ਥੀਟਾ - 3 cos ਥੀਟਾ ਓਵਰ 5 sin ਥੀਟਾ ਜਮ੍ਹਾਂ 3 cos ਥੀਟਾ ਦੀ ਵੈਲਿਊ ਪਤਾ ਕਰੋ। ਇਹ ਵੀ ਤੁਹਾਨੂੰ ਮੈਂ ਦੱਸਦਾ ਕਿਸ ਤਰ੍ਹਾਂ ਸੋਲਵ ਕਰਨਾ। ਆਹ ਦੇਖੋ ਬੱਚੋ, ਇੱਥੇ ਸਾਨੂੰ 3 cot ਥੀਟਾ ਬਰਾਬਰ 5 ਦਿੱਤਾ, ਇੱਥੇ ਲਿਖ ਲਿਆ 3 cot ਥੀਟਾ ਬਰਾਬਰ 5, ਅਤੇ ਇੱਥੋਂ ਜੇ ਅਸੀਂ cot ਥੀਟਾ ਦੀ ਵੈਲਿਊ ਕੱਢੀ ਤਾਂ ਕਿੰਨੀ ਆ ਗਈ 5/3। ਹੁਣ ਦੂਸਰੇ ਪਾਸੇ ਕਹਿੰਦੇ ਵੀ ਜੇ ਤੇ ਆ ਹੈ ਤਾਂ ਇਹਦੀ ਵੈਲਿਊ ਕਿੰਨੀ ਹੋਏਗੀ। ਹੁਣ ਦੇਖੋ ਇਹਨੂੰ ਸੋਲਵ ਕਰਦੇ ਹਾਂ। 5 sin ਥੀਟਾ - 3 cos ਥੀਟਾ ਓਵਰ 5 sin ਥੀਟਾ + 3 cos ਥੀਟਾ। ਹੁਣ ਇਹਦੇ 'ਚ ਦੇਖੋ ਸਾਡੇ ਕੋਲ ਵੈਲਿਊ cot ਦੀ ਆ, ਅਤੇ ਜਿਹੜਾ cot ਵਾ ਉਹ ਕਿਹਦੇ ਬਰਾਬਰ ਹੁੰਦਾ cot ਥੀਟਾ, ਇਹ ਬਰਾਬਰ ਹੁੰਦਾ ਜੇ cos ਥੀਟਾ ਬਟਾ ਸਾਈਨ ਥੀਟਾ। ਹੁਣ ਆਹ ਦੇਖੋ ਜੇ ਅਸੀਂ ਇਹਨੂੰ ਉੱਪਰ ਥੱਲੇ ਸਾਈਨ ਦੇ ਨਾਲ ਡਿਵਾਈਡ ਕਰ ਦਈਏ ਤਾਂ ਇੱਧਰ cot ਥੀਟਾ ਬਣ ਜਾਂਦਾ, ਇੱਧਰ ਸਾਈਨ ਨਾਲ ਸਾਈਨ ਕੈਂਸਲ ਹੋ ਜਾਣਗੇ, ਅਤੇ ਇਸ ਕਰਕੇ ਇਹਨਾਂ ਨੂੰ ਸਾਈਨ ਦੇ ਨਾਲ ਡਿਵਾਈਡ ਕਰਾਂਗੇ। ਕਿਸ ਤਰ੍ਹਾਂ ਲਿਖਾਂਗੇ 5 sin ਥੀਟਾ ਬਟਾ ਸਾਈਨ ਥੀਟਾ ਅਤੇ 3 cos ਥੀਟਾ ਬਟਾ ਸਾਈਨ ਥੀਟਾ। ਮੈਂ ਪਹਿਲਾਂ ਹੀ ਵੱਖਰੇ ਵੱਖਰੇ ਲਿਖ ਦਿੱਤੇ ਆ। ਡਿਨੋਮੀਨੇਟਰ 'ਚ ਕੀ ਆਏਗਾ ਹੁਣ ਫਿਰ ਇੱਥੇ 5, ਇੱਧਰ ਵੀ ਸਾਈਨ ਥੀਟਾ ਓਵਰ ਸਾਈਨ ਥੀਟਾ, ਇੱਥੇ ਪਲੱਸ ਵਾ ਸਾਈਨ +3 cos ਥੀਟਾ ਬਟਾ ਸਾਈਨ ਥੀਟਾ। ਹੁਣ ਆਹ ਦੇਖੋ ਸਾਈਨ ਥੀਟਾ ਕੈਂਸਲ, ਇੱਧਰ ਵੀ ਕੈਂਸਲ, ਸਾਡੇ ਕੋਲ ਕੀ ਆ ਗਿਆ 5 - 3, ਅਤੇ ਐਸ cos ਬਟਾ ਸਾਈਨ ਤੁਹਾਨੂੰ ਦੱਸਿਆ ਸੀ cot ਥੀਟਾ ਬਣ ਗਿਆ। ਇੱਥੇ ਆ ਗਿਆ 5 - 3 cot ਥੀਟਾ। ਹੁਣ ਇਹਦੇ 'ਚ ਅਸੀਂ cot ਦੀ ਵੈਲਿਊ ਪੁੱਟ ਕਰਾਂਗੇ, ਸੋਲਵ ਕਰਾਂਗੇ ਤਾਂ ਸਾਡੇ ਕੋਲ ਆਂਸਰ ਆ ਜਾਏਗਾ। ਦੇਖੋ 5 - 3 ਅਤੇ cot ਥੀਟਾ ਦੀ ਵੈਲਿਊ 5/3, ਉਹ ਇਹਦੇ ਨਾਲ ਲਿਖ ਦਿੱਤੀ 5/3। ਇੱਥੇ 5 - 3 ਗੁਣਾ 5/3। ਆਹ ਦੇਖੋ 3 ਨਾਲ 3 ਕੈਂਸਲ ਅਤੇ 3 ਨਾਲ 3 ਕੈਂਸਲ, 5 - 5 ਬਚਿਆ ਉੱਪਰ ਕੀ ਬਚਿਆ 5 - 5 ਅਤੇ ਥੱਲੇ 5 - 5। ਹੁਣ ਤੁਸੀਂ ਆਹ ਦੇਖੋ ਕਿ 5 - 5 0, ਅਤੇ 0/10 ਕਿਹਦੇ ਬਰਾਬਰ ਹੋ ਗਿਆ 0 ਦੇ, ਅਤੇ ਕੀ ਆਂਸਰ ਆਇਆ ਇਹਦਾ 0। ਇਹਦਾ ਆਂਸਰ ਕੀ ਆਇਆ 0। ਆਹ ਦੇਖੋ ਬੱਚਿਓ ਆਂਸਰ ਸਾਡੇ ਕੋਲ ਇਹਦਾ 0 ਆਇਆ, 0/10 0, ਅਤੇ C ਆਪਸ਼ਨ ਇਹਦਾ ਆਂਸਰ ਹੈ 0। ਇਹ ਸੀਗਾ ਸਾਡੇ ਕੋਲ ਕੁਐਸਚਨ ਨੰਬਰ 30। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 31। ਇੱਕ ਚੱਕਰ ਦਾ ਘੇਰਾ ਅਤੇ ਖੇਤਰਫਲ ਸੰਖਿਆਤਮਕ ਤੌਰ 'ਤੇ ਬਰਾਬਰ ਹਨ ਤਾਂ ਚੱਕਰ ਦਾ ਅਰਧ ਵਿਆਸ ਕਿੰਨਾ ਹੋਏਗਾ। ਦੇਖੋ ਚੱਕਰ ਦਾ ਘੇਰਾ ਅਤੇ ਖੇਤਰਫਲ ਦੋਵੇਂ ਕਹਿੰਦੇ ਬਰਾਬਰ ਆ। ਸਾਨੂੰ ਪਤਾ ਕਿ ਚੱਕਰ ਦਾ ਘੇਰਾ ਕਿੰਨਾ ਹੁੰਦਾ 2πr, ਅਤੇ ਇਹਦਾ ਜਿਹੜਾ ਖੇਤਰਫਲ ਵਾ ਉਹ πr ਸਕੇਅਰ, ਕਹਿੰਦੇ ਦੋਨੋਂ ਬਰਾਬਰ ਨੇ। ਹੁਣ ਆਹ ਦੇਖੋ ਪਾਈ ਨਾਲ ਪਾਈ ਕੱਟਿਆ ਗਿਆ, r ਨਾਲ 1 r ਕੱਟਿਆ ਗਿਆ, ਅਤੇ r ਦੀ ਪਾਵਰ 1 ਬਚੀ,
तो कितना आ गया 2 बराबर आर। इनू की लिख सकते हैं यानी कि आर बराबर है 2, यानी कि आर का आंसर कितना आ गया 2 इकाइयाँ। तो आ इहदा बी ऑप्शन इसका आंसर आ, बी ऑप्शन 2 इकाइयाँ। अगे देखो क्वेश्चन नंबर 32 कहते 7 सेंटीमीटर अर्ध व्यास वाले अर्ध चक्कर का परिमाप पता करो। 7 सेंटीमीटर अर्ध व्यास वाले अर्ध चक्कर का परिमाप। हुण सानूं पता कि परिमाप का फार्मूला की हुंदा, वैसे जिहड़ा चक्कर का परिमाप वा उहदा फार्मूला हुणे दस्सिया पिछले क्वेश्चन भी 2πr। हुण जे चक्कर अर्ध हो गया तो अर्ध चक्कर का परिमाप, अर्ध चक्कर का परिमाप वो किहदे बराबर आएगा 2πr बटा 2। 2 ਨਾਲ 2 ਕੱਟ तो कितना बच गया πr। साढ़े को यही बचा पाई तो आर, पाई आर तो आर कितना दिता 7 सेंटीमीटर तो पाई 22/7, 22/7 गुणा 7 तो 7 ਨਾਲ 7 कट्टिया गया तो कितना आ गया 22 तो नाल जे सेंटीमीटर आ तो सेंटीमीटर 22 सेंटीमीटर आंसर आ गया इहदा। देखो पहली ऑप्शन यदा आंसर जे पहली ऑप्शन 22 सेंटीमीटर। अगला क्वेश्चन देखो अर्ध व्यास आर वाले चक्कर विच पी डिग्री केंद्री कोण बनाउण वाली चाप की लंबाई की होवेगी। हुण देखो सानू पता कि चाप की लंबाई का फार्मूला की हुंदा वा, मैं इत्थे लिख देना साइड ते थीटा बटा 360 डिग्री गुणा 2πr। हुण साडे कोल थीटा की आ पी डिग्री, तो पी डिग्री इत्थे आ जाएगा बटा 360 गुणा 2πr। आर वैसे देखो इत्थे जिहड़े आंसर दिते उस कैपिटल आर नहीं पाया इन्होंने, जदों कि इत्थे कैपिटल आर आना चाहिए सी क्योंकि उन्होंने अर्ध व्यास आर दिता वड्डा। ये चलो ये उन्हों की कोई गलती हो गई इत्थे प्रिंटिंग च, सारे समॉल आर पाए आ। तुसीं ये देखना वा भी वैसे कैपिटल आर चाहिए वा, लेकिन असीं हुण जो आंसर बनता सी वो देवांगे, असीं अर्ध व्यास आर ही लवांगे। देखो थीटे की जगह तो की आ जाएगा पी डिग्री, पी डिग्री बटा 360 ते गुणा 2πr। देखो कितने आए पी बटा 360 गुणा 2πr सी ऑप्शन। ये 180 लिखा ये 90 लिखा वा, यह बिल्कुल सही ऑप्शन बनती है सी पी बटा 360 गुणा 2πr। ये सीगा दा आंसर। अगे देखो क्वेश्चन नंबर 34 एक घड़ी की सूई की लंबाई 14 सेंटीमीटर है। इस सूई द्वारा 5 मिनट में तय किए खेत्र का खेत्रफल कितना होगा। हुण मैं तुहानूं डायग्राम बना के आ देखो बच्चों 34वें क्वेश्चन की डायग्राम बना ली है। डायग्राम से सानू की उन्होंने की दस्सिया होया सीगा भी जी सूई है उसकी लंबाई कितनी 14 सेंटीमीटर, तो 5 मिनटां दे विच जिन्ना उन्हें सफ़र तय किया वा उहदा कुल खेत्रफल कितना बनता। हुण देखो बच्चों खेत्रफल तो आ अंदर वाली सारी जगह वा जिहड़ी आ, हुण इहदा 5 मिनट का जिहड़ा वा वो कोण भी देखना कितना वा। सानू पता कि 1 मिनट का कोण कितना हुंदा 6 डिग्री। साढ़े को मैं इत्थे लिख देना एक साइड ते कि 1 मिनट दे विच जिहड़ी घड़ी की सूई आ 6 डिग्री तय करती है, तो 5 मिनट च कितना होएगा 5 मिनट च 5 छिक्का 30, तो 30 डिग्री कोण आ गया इहदा। हुण असीं खेत्रफल का फार्मूला लगावांगे थीटा बटा 360 गुणा πr स्केयर, तो असीं इहदा आंसर कढ लांगे। थीटा कितना आ गया हुण 30 डिग्री, ये ध्यान च रखियो। चलो देखते हैं कैलकुलेशन। आ देखो असीं इहदा हुण खेत्रफल कढना थीटा बटा 360 डिग्री मल्टीप्लाई बाय πr की पावर 2। हुण इहदे च वैल्यूज़ पुट कर देंगे। थीटा 30 डिग्री बनिया सी, तुहानूं दिखाई मैं डायग्राम 30 बटा 360 डिग्री गुणा पाई की वैल्यू 22/7 आर स्केयर यानी कि 14 गुणा 14, आर 14 सीगा। हुण आ देखो कटिंग की 0 ਨਾਲ 0 12 30 36 ਇਹਦੇ ਨਾਲ ਕੱਟਿਆ 7 दूनी 14। ਹੁਣ 2 ਦੇ ਟੇਬਲ ਨਾਲ ਕੱਟ ਦਿਓ 2 ਛਿੱਕੇ 12, ਫਿਰ 2 ਦੇ ਟੇਬਲ ਨਾਲ ਕੱਟੋ 2 ਤੀਏ 6 ਤੇ 2 7 14। ਇਹ ਸਾਡੇ ਕੋਲ ਬਣਿਆ। ਹੁਣ ਇਹਨਾਂ ਦੀ ਮਲਟੀਪਲਾਈ ਕਰ ਲਾਂਗੇ 22 ਨੂੰ 7 ਨਾਲ ਕੀਤਾ 7 दूनी 14 7 दूनी 14 ਤੇ 15 154 ਤੇ ਥੱਲੇ ਕਿੰਨਾ ਆ ਗਿਆ ਸੀਗਾ 3 ਤੇ ਇਹਦੇ ਨਾਲ ਸੈਂਟੀਮੀਟਰ ਤੇ ਖੇਤਰਫਲ ਕੱਢਿਆ ਤੇ ਸੈਂਟੀਮੀਟਰ ਸਕੁਅਰ 154/3 ਸੈਂਟੀਮੀਟਰ ਸਕੁਅਰ ਆਂਸਰ। ਦੇਖਦੇ ਹਾਂ ਅਸੀਂ ਆਪਣੇ ਵਿੱਚ ਆ ਦੇਖੋ 34ਵਾਂ क्वेश्चन 154/3 सेंटीमीटर स्केयर बी ऑप्शन इसका आंसर आ गया जी। अगे देखो क्वेश्चन नंबर 35
ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ ਵੱਧ ਤੋਂ ਵੱਧ ਕਿੰਨੇ ਪ੍ਰਤੀਸ਼ਤ ਹੋ ਸਕਦੀ ਆ। ਤੇ ਬੱਚੋ ਕਿਸੇ ਵੀ ਘਟਨਾ ਦੇ ਵਾਪਰਨ ਦੀ ਸੰਭਾਵਨਾ ਵੱਧ ਤੋਂ ਵੱਧ 100% ਹੋ ਸਕਦੀ ਆ। ਉਹ ਕਿਉਂ ਹੋ ਸਕਦੀ ਹੈ? ਕਿਉਂਕਿ ਤੁਹਾਨੂੰ ਪਤਾ ਕਿ ਜਿਹੜੀ ਸੰਭਾਵਨਾ ਵਾ ਉਹ 0 ਦੇ ਬਰਾਬਰ, ਕਿਸੇ ਵੀ ਘਟਨਾ ਦੀ ਸੰਭਾਵਨਾ ਇੱਥੋਂ ਲੈ ਕੇ ਤੇ ਇਹਦੇ ਬਰਾਬਰ ਤੱਕ ਆ ਸਕਦੀ ਆ 1 ਦੇ। 0 ਦੇ ਬਰਾਬਰ ਵੀ ਹੋ ਸਕਦੀ ਆ, 0 ਤੋਂ ਵੱਡੀ ਵੀ ਹੋ ਸਕਦੀ ਆ, ਪਰ 1 ਦੇ ਬਰਾਬਰ ਵੱਧ ਤੋਂ ਵੱਧ ਜਾਂ 1 ਤੋਂ ਛੋਟੀ, ਇਹਨਾਂ ਦੇ ਵਿੱਚ ਲਾਈ ਕਰਦੀ ਆ। ਹੁਣ ਦੇਖੋ, ਜੇ ਅਸੀਂ ਇਹਨੂੰ 100% 'ਚ ਦੇਖੀਏ ਤਾਂ ਸਾਨੂੰ ਪਤਾ ਕਿ 100% ਜਿਹੜਾ ਵਾ, ਪ੍ਰਤੀਸ਼ਤ ਨੂੰ ਹਟਾ ਕੇ ਥੱਲੇ ਅਸੀਂ ਹਰ 'ਚ 100 ਲਗਾ ਦਿੰਦੇ ਹਾਂ। 100 ਨਾਲ 100 ਕੱਟਿਆ 1 ਦੇ ਟੇਬਲ 'ਚ ਕਿੰਨਾ ਆਨਸਰ ਆ ਗਿਆ? 1। ਕੁਐਸਚਨ 'ਚ ਕੀ ਪੁੱਛਿਆ ਕਿ ਕਿਸੇ ਘਟਨਾ ਦੀ ਸੰਭਾਵਨਾ ਵੱਧ ਤੋਂ ਵੱਧ ਕਿੰਨੇ ਪ੍ਰਤੀਸ਼ਤ ਹੋ ਸਕਦੀ ਆ? ਉਹ ਆਨਸਰ ਕੀ ਆਏਗਾ? 100। 100 ਤੋਂ ਵੱਧ ਹੋਏਗੀ 101% ਵੀ ਆ ਜਾਏਗਾ ਤੇ ਉਹ ਵੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋਏਗੀ। ਡੀ ਆਪਸ਼ਨ ਇਹਦਾ ਆਨਸਰ ਜੇ 100%। ਅੱਗੇ ਦੇਖੋ, ਜੇ PE ਬਰਾਬਰ 0.4 ਹੋਵੇ ਤਾਂ PE ਡੈਸ਼ ਕਿਹਦੇ ਬਰਾਬਰ ਹੋਏਗਾ? ਹੁਣ ਦੇਖੋ, E ਡੈਸ਼ ਦਾ ਮਤਲਬ ਕਿ E0, ਸਾਨੂੰ ਪਤਾ ਕਿ ਸੰਭਾਵਨਾ ਜਿਹੜੀ ਆ ਉਹ 0 ਦੀ ਕਿੰਨੀ ਹੁੰਦੀ ਆ? 1 - PE। ਹੁਣ 1 ਘਟਾਓ PE ਕਿੰਨੀ? 0.4, ਅਤੇ 1 ਚੋਂ ਅਸੀਂ ਘਟਾ ਦਾਂਗੇ। 1 ਚੋਂ ਜਦੋਂ ਮਾਈਨਸ ਕਰਨਾ ਵਾ 0.4 ਤੇ ਇਸ ਤਰ੍ਹਾਂ ਲਿਖਾਂਗੇ, ਇੱਧਰੋਂ ਹਾਸਲ ਲਿਆ ਅਤੇ ਇੱਧਰ ਕਿੰਨਾ ਬਣ ਗਿਆ? ਇੱਥੇ 0, ਇੱਥੇ 10, 10 ਚੋਂ 4 ਗਏ ਅਤੇ 6, ਕਿੰਨਾ ਆ ਗਿਆ? 0.6। ਬਸ ਇਹੀ ਇਹਦਾ ਆਨਸਰ ਜੇ, ਪਹਿਲੀ ਆਪਸ਼ਨ 0.6। ਬਸ ਮਾਈਨਸ ਕਰਨ ਲੱਗਿਆ ਧਿਆਨ ਰੱਖਿਓ ਵੀ ਡੈਸੀਮਲ ਤੋਂ ਬਾਅਦ ਕਿੰਨੇ ਪਲੇਸ ਨੇ, ਉਸੇ ਅਕੋਰਡਿੰਗਲੀ ਅਸੀਂ ਇਹਦੇ ਨਾਲ ਡੈਸੀਮਲ ਲਗਾ ਲੈਣਾ 1 ਦੇ ਨਾਲ। ਅੱਗੇ ਦੇਖੋ ਕੁਐਸਚਨ ਨੰਬਰ 37 ਕਿ ਇੱਕ ਪਾਸੇ ਨੂੰ ਸੁੱਟਣ 'ਤੇ ਅਭਾਜ ਸੰਖਿਆਵਾਂ ਆਉਣ ਦੀ ਸੰਭਾਵਨਾ ਦੱਸੋ। ਹੁਣ ਸਾਨੂੰ ਪਤਾ ਕਿ ਜਦੋਂ ਅਸੀਂ ਇੱਕ ਪਾਸੇ ਨੂੰ ਸੁੱਟਦੇ ਹਾਂ ਤਾਂ ਉਹਦੇ ਉੱਪਰ ਗਿਣਤੀ ਕਿਹੜੀ ਆਉਂਦੀ ਆ? 1 2 3 4 5 ਅਤੇ 6, ਲੂਡੋ ਦੀ ਡਾਈਸ। ਹੁਣ ਇਹਦੇ 'ਚ ਅਭਾਜ ਸੰਖਿਆਵਾਂ ਕਿਹੜੀਆਂ ਕਿਹੜੀਆਂ ਨੇ? ਇੱਕ ਅਭਾਜ ਸੰਖਿਆ 2, ਇੱਕ 3 ਅਤੇ ਇੱਕ ਕਿਹੜੀ ਆ? 5। ਇਹੀ 3 ਅਭਾਜ ਸੰਖਿਆਵਾਂ ਨੇ। ਅਤੇ ਫਿਰ ਇਹਦੀ ਸੰਭਾਵਨਾ ਕਿਸ ਤਰ੍ਹਾਂ ਲਿਖਾਂਗੇ? ਅਨੁਕੂਲ ਪਰਿਣਾਮ 3 ਅਤੇ ਕੁੱਲ ਪਰਿਣਾਮ ਕਿੰਨੇ? 6। ਕਟਿੰਗ ਕੀਤੀ 1/2। 1/2 ਪਹਿਲੀ ਆਪਸ਼ਨ ਆਨਸਰ ਇਹਦਾ 37ਵੇਂ ਦਾ, ਆਪਸ਼ਨ ਨੰਬਰ 1 1/2। ਅੱਗੇ ਦੇਖੋ ਕੁਐਸਚਨ ਨੰਬਰ 38, ਇੱਕ ਥੈਲੇ ਵਿੱਚ 3 ਲਾਲ ਅਤੇ 2 ਨੀਲੇ ਬਾਂਟੇ ਹਨ। ਹੁਣ ਦੇਖੋ ਥੈਲੇ 'ਚ ਕੁੱਲ ਬਾਂਟੇ ਕਿੰਨੇ ਬਣ ਗਏ? 3 ਅਤੇ 2 5। ਕੁੱਲ ਬਾਂਟੇ ਕਿੰਨੇ ਆ? 5। 3 ਲਾਲ ਅਤੇ 2 ਨੀਲੇ। ਬਿਨਾਂ ਦੇਖੇ ਥੈਲੇ ਵਿੱਚੋਂ ਇੱਕ ਬੰਟਾ ਕੱਢਣ 'ਤੇ ਕਾਲਾ ਬੰਟਾ ਆਉਣ ਦੀ ਸੰਭਾਵਨਾ ਕੀ ਆ? ਹੁਣ ਕਾਲਾ ਬੰਟਾ ਆਉਣ ਦੀ ਸੰਭਾਵਨਾ ਪੁੱਛੀ ਆ ਉਹਨਾਂ ਨੇ। ਸਾਡੇ ਕੋਲ ਬਾਂਟੇ ਕਿਹੜੇ ਕਿਹੜੇ ਰੰਗ ਦੇ ਨੇ? 3 ਲਾਲ ਨੇ ਅਤੇ 2 ਨੀਲੇ ਨੇ। ਕਾਲਾ ਬਾਂਟਾ ਦੇ ਵਿੱਚ ਹੈ ਹੀ ਨਹੀਂ, ਅਤੇ ਫਿਰ ਜਦੋਂ ਕਾਲਾ ਬਾਂਟਾ ਥੈਲੇ 'ਚ ਨਹੀਂ ਹੈਗੀ ਤਾਂ ਉਹਦੀ ਸੰਭਾਵਨਾ ਕਿੰਨੀ ਹੋਏਗੀ? 0। ਡੀ ਆਪਸ਼ਨ ਇਹਦਾ ਆਨਸਰ ਜੇ 0। ਜਿਹੜੀ ਚੀਜ਼ ਨਹੀਂ ਹੈਗੀ ਉਹਦੀ ਸੰਭਾਵਨਾ 0 ਹੋਏਗੀ। ਅੱਗੇ ਦੇਖੋ 39ਵਾਂ ਕੁਐਸਚਨ, 52 ਪੱਤਿਆਂ ਵਿੱਚੋਂ ਇੱਕ ਪੱਤਾ ਕੱਢਿਆ ਜਾਂਦਾ ਹੈ, ਬਾਦਸ਼ਾਹ ਆਉਣ ਦੀ ਕੀ ਸੰਭਾਵਨਾ ਹੈ? ਸਾਨੂੰ ਪਤਾ ਕਿ ਤਾਸ਼ ਦੇ ਵਿੱਚ 4 ਤਰ੍ਹਾਂ ਦੇ ਪੱਤੇ ਹੁੰਦੇ ਨੇ। ਮੈਂ ਅੱਗੇ ਵੀ ਜਿਹੜੀ ਸੰਭਾਵਨਾ ਦੇ ਉੱਪਰ ਵੀਡੀਓ ਬਣਾਈ ਆ ਉਹਦੇ 'ਚ ਪੂਰੀ ਡਿਟੇਲ ਕੀਤੀ ਹੋਈ ਆ। ਤਾਸ਼ ਦੇ ਪੱਤਿਆਂ ਦੇ ਉੱਪਰ ਕਿਹੜੀ ਕਿਹੜੀ ਫੋਟੋ ਬਣੀ ਹੁੰਦੀ, ਕਿਸ ਤਰ੍ਹਾਂ, ਸਾਰਾ ਕੁਝ ਮੈਂ ਚਾਰਟ ਬਣਾ ਕੇ ਦੱਸਿਆ ਸੀ। ਉਹ ਵੀਡੀਓ ਮੇਰੀ ਜ਼ਰੂਰ ਦੇਖਿਓ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਸੰਭਾਵਨਾ ਵਾਲੀ ਜਿਹੜੀ ਆ, ਅਤੇ ਚੈਨਲ ਬੱਚਿਓ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ। ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਆ ਕਿ ਜਿਹੜੀ ਅਸੀਂ ਤੁਹਾਡੇ ਵਾਸਤੇ ਮਿਹਨਤ ਕਰ ਰਹੇ ਹਾਂ ਉਹ ਸਫਲ ਹੋ ਰਹੀ ਆ, ਤੁਹਾਡੇ ਕਿਸੇ ਕੰਮ ਆ ਰਹੀ ਆ। ਇਸ ਕਰਕੇ ਚੈਨਲ ਸਬਸਕ੍ਰਾਈਬ ਕਰਿਓ ਔਰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਵੀ ਕਰਿਆ ਕਰੋ ਅਤੇ ਉਹਨਾਂ ਨੂੰ ਵੀ ਕਿਹਾ ਕਰੋ ਕਿ ਚੈਨਲ ਸਬਸਕ੍ਰਾਈਬ ਕਰ ਲਓ। ਹੁਣ ਦੇਖੋ ਆ ਜਿਹੜਾ ਕੁਐਸਚਨ ਆ 52 ਪੱਤਿਆਂ ਵਾਲਾ, ਇਹਦੇ ਵਿੱਚ ਦੇਖੋ ਹਰ ਰੰਗ 'ਚ, ਦੇਖੋ ਰੰਗ ਤਾਂ ਵੈਸੇ ਤਾਸ਼ ਦੇ 2 ਹੀ ਹੁੰਦੇ ਨੇ, ਲਾਲ ਅਤੇ ਕਾਲੇ, ਪਰ 4 ਤਰ੍ਹਾਂ ਦੇ ਪੱਤੇ ਹੁੰਦੇ ਆ। ਇੱਕ ਇੱਟ ਦਾ ਪੱਤਾ, ਉਹ ਮੈਂ ਦੱਸਿਆ ਸੀ ਉਹਦੇ ਵਿੱਚ, ਫਿਰ ਇੱਕ ਪਾਨ ਦਾ ਪੱਤਾ, ਉਸ ਤੋਂ ਬਾਅਦ ਚਿੜੀਏ ਦਾ ਪੱਤਾ, ਅਤੇ ਲਾਸਟ ਜਿਹੜਾ ਹੁੰਦਾ ਵਾ ਉਹ ਹੁਕਮ ਦਾ ਪੱਤਾ। ਇਹ 4 ਤਰ੍ਹਾਂ ਦੇ ਪੱਤੇ ਆ ਅਤੇ ਹਰ ਪੱਤੇ ਦਾ ਇੱਕ ਇੱਕ ਬਾਦਸ਼ਾਹ, ਇੱਕ ਇੱਕ ਬੇਗਮ, ਇੱਕ ਇੱਕ ਗੋਲਾ, ਹਰ ਤਰ੍ਹਾਂ ਦੇ ਪੱਤੇ ਹੁੰਦੇ ਸਾਰਿਆਂ ਦੇ 13 ਤਰ੍ਹਾਂ ਦੇ ਪੱਤੇ ਹੁੰਦੇ ਆ। ਆਹ ਦੋਨੋਂ ਲਾਲ ਪੱਤੇ ਹੁੰਦੇ ਨੇ ਅਤੇ ਆਹ ਦੋਨੋਂ ਕਾਲੇ। ਇਹ ਦੋਨੋਂ ਹੁੰਦੇ ਨੇ ਲਾਲ ਅਤੇ ਇਹ ਦੋਨੋਂ ਹੁੰਦੇ ਨੇ ਕਾਲੇ।
ਇਹਨਾਂ ਦਾ ਰੰਗ ਕਾਲਾ ਅਤੇ ਲਾਲ। तो उन्होंने ये कहा सिर्फ रंग नहीं कहा, सिर्फ कहा बादशाह होने की संभावना की। हुण चारां दा एक बादशाह हो गया तो कुल बादशाह किन्ने बन गए 4। हुण 4 बादशाह ने तो पत्ते किन्ने ने 52, 4/52, 4 एकम 4 तो 13 चौके 52, किन्ना आ गया 1/13। यह बी ऑप्शन इसका आंसर आ गया 13। अगे देखो क्वेश्चन नंबर 40, लास्ट क्वेश्चन है साडी आरडी मॉडल टैस्ट पेपर का। हेठां दित्तियां संभावनावां विच किहड़ी संभव नहीं है कि आह जिहड़ियां संभावना ने इन्हां चों किहड़ी संभव नहीं है। मैं हुणे तुहानूं दस्सिया जिहदी वैल्यू 0 तो छोटी नैगेटिव वाली होए वो संभव नहीं है, जिहड़ी 1 तो वड्डी होवे वो संभव नहीं है। हुण आ देखो 0.15 1 तो छोटी है, 5/7 ये भी 1 तो छोटी है, 0 भी हो सकती है संभावना, लेकिन जिहड़ी 7/5 वा ये वड्डी जे 1 तो। वो किस तरह वड्डी आ कि जे असीं 7 नूं विच रख के ते 5 नाल डिवाइड करते हैं, 5 एकम 5 किन्ना आया 2, इत्थे दशमलव लग गया, इहदे नाल 0 लगाई तो किन्ना आ गया 5 चौका 20, ये कट्टे गए तो आंसर किन्ना आया 1.4। ये 1 तो वड्डा हो गया, इस करके ये वाली संभावना किसी की नहीं हो सकती 7/5। हाँ अगर जिहड़ा अंश वा छोटा होवे ते हर वड्डा होवे तो वो बिना झिझक, पर माइनस वाली नहीं होनी चाहिए। बस ये ध्यान रखियो, एक संभावना माइनस वाली किसी की नहीं होंदी, एक 100% तो वध वाली होए तो वो किसी की नहीं होंदी, तो एक जिहदा अंश वड्डा होए तो हर छोटा होवे वो भी संभावना नहीं हो सकती। बस ये चीज़ों का ध्यान रखियो। तुहाडे जिहड़े एग्जाम आ रहे उन्होंने वास्ते तुहानूं बेस्ट ऑफ लक, वधिया तरीके नाल तैयारी करो। तुसीं जे वीडियोज़ देखते हो इस चों सिर्फ सीखण की कोशिश करो। मैं काफ़ी इन्हों शॉर्ट किया वा, कई गल्लां मैं नहीं लिखियां जिहड़ियां पहलियां वीडियोज़ में मैं काफ़ी डिटेल च तुहानूं सारा कुछ समझाया सीगा। हुण मैं जल्दी जल्दी किया कि तुहानूं शॉर्ट च कैलकुलेशन करन दा पता लगे किस तरह करनी आ। वीडियो चंगी लगे लाइक करियो, दोस्तां मित्रां नाल शेयर करियो, चैनल सबसक्राइब कर लियो, बिल्कुल फ्री जे। अगली वीडियो च तुहानूं फिर मिलांगे। धन्नवाद।